ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅਸੀਂ ਪਿਛਲੇ ਸਮੇਂ ਤੋਂ ਕੁਝ ਜਿਹੜੇ ਸਾਡੇ ਸੰਘਰਸ਼ੀ ਸਾਥੀ ਰਹੇ ਨੇ ਕਿਸੇ ਸਮੇਂ ਜਿਨ੍ਹਾਂ ਨੇ ਵੱਖ-ਵੱਖ ਸਮੇਂ ਦੇ ਵਿੱਚ ਜੋ ਵੱਖ-ਵੱਖ ਮੂਵਮੈਂਟਸ ਉੱਠੀਆਂ ਨੇ ਉਹਨਾਂ ਦੇ ਵਿੱਚ ਆਪਣਾ ਯੋਗਦਾਨ ਪਾਇਆ ਹੈਗਾ। ਤਾਂ ਉਹਨਾਂ ਦੀ ਅਸੀਂ ਇੰਟਰਵਿਊਜ਼ ਕੀਤੀਆਂ ਨੇ ਕਿ ਤਾਂ ਜੋ ਸਾਡੇ ਲੋਕਾਂ ਦੇ ਸਾਹਮਣੇ ਮੂਵਮੈਂਟ ਦੇ ਵਿੱਚ ਉਹਨਾਂ ਦਾ ਕੀ ਯੋਗਦਾਨ ਰਿਹਾ ਤੇ ਮੂਵਮੈਂਟ ਨੂੰ ਉਹਨਾਂ ਨੇ ਕਿਵੇਂ ਦੇਖਿਆ ਉਸ ਸਮੇਂ ਨੂੰ ਤੇ ਅਜੋਕੇ ਸਮੇਂ ਦੇ ਵਿੱਚ ਜਿਹੜੀਆਂ ਹਾਲਤਾਂ ਨੇ ਉਹਨਾਂ ਨੂੰ ਕਿਵੇਂ ਦੇਖ ਰਹੇ ਨੇ। तो इस ਨੂੰ ਲੈ ਕੇ ਕੁਝ ਇੰਟਰਵਿਊ ਆਪਾਂ ਕੀਤੀਆਂ ਨੇਗੀਆਂ ਤੇ ਉਸੇ ਦੀ ਲੜੀ ਵਜੋਂ ਅੱਜ ਅਸੀਂ ਪਹੁੰਚੇ ਹੋਏ ਹਾਂ ਕਿ ਬਰਨਾਲਾ ਦੇ ਵਿੱਚ ਤੇ ਸਾਡੇ ਨਾਲ ਅੱਜ ਬੜੇ ਹੀ ਮਹਾਨ ਸ਼ਖਸੀਅਤ ਹਾਜ਼ਰ ਨੇਗੇ ਜਿਨ੍ਹਾਂ ਦਾ ਨਾਮ ਮੂਵਮੈਂਟ ਦੇ ਵਿੱਚ ਕਾਫੀ ਰਿਹਾ ਹੈਗਾ। ਸਾਡੇ ਨਾਲ ਅੱਜ ਹੇਮਰਾਜ ਸਟੈਨੋ ਜੀ ਨੇਗੇ ਜੋ ਸਾਡੇ ਵਿਚਕਾਰ ਅੱਜ ਪਹੁੰਚੇ ਨੇਗੇ। ਤੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਾਮਰੇਡ ਹੇਮਰਾਜ ਸਟੈਨੋ ਜੀ ਦਾ ਜਿਨ੍ਹਾਂ ਨੇ ਕੁਝ ਸਮਾਂ ਸਾਡੇ ਲਈ ਕੱਢਿਆ ਹੈਗਾ। ਕਾਮਰੇਡ ਜੀ ਜਿਵੇਂ ਕਿ ਆਮ ਤੌਰ ਤੇ ਆਪਾਂ ਜਨਰਲੀ ਗੱਲ ਕਰਨੀ ਚਾਹਾਂਗੇ ਪਹਿਲਾਂ ਤਾਂ ਕਿ ਤੁਹਾਡਾ ਪਿੰਡ ਕਿਹੜਾ ਹੈਗਾ? ਜੈਤੋ। ਤੇ ਤੁਹਾਡਾ ਜਨਮ ਕਿੰਨੇ 'ਚ ਹੋਇਆ? 1548 ਜਿਹੜੀ ਲਿਸਟ ਹੀ ਹੈ 1948 ਦੇ ਵਿੱਚ। ਤੁਹਾਡੇ ਮਾਤਾ ਪਿਤਾ ਦਾ ਨਾਮ ਕੀ ਸੀਗਾ ਜੀ? ਮੇਰੀ ਮਾਤਾ ਦਾ ਨਾਮ ਆਤਮਾ ਦੇਵੀ ਸੀ, ਪਿਤਾ ਦਾ ਨਾਮ ਚੰਦੂ ਲਾਲ ਤੇ ਆਤਮਾ ਦੇਵੀ। ਅੱਛਾ, ਤੁਹਾਡੀ ਪੜ੍ਹਾਈ ਮੈਟ੍ਰਿਕ ਤੱਕ ਹੀ ਕੀਤੀ ਹੈ। ਅੱਛਾ ਕਾਮਰੇਡ ਜੀ ਤੁਸੀਂ ਜੋ ਕਿ ਉਸ ਸਮੇਂ ਜਿਹੜੀ 67 ਦੇ ਵਿੱਚ ਨਕਸਲਾਈਟ ਮੂਵਮੈਂਟ ਉੱਠੀ ਹੈ ਤੁਹਾਡਾ ਉਹਦੇ ਵਿੱਚ ਕਾਫੀ ਜ਼ਿਆਦਾ ਯੋਗਦਾਨ ਰਿਹਾ ਹੈਗਾ ਹੈ ਨਾ। ਮੈਂ ਸਭ ਤੋਂ ਪਹਿਲਾਂ ਇਹ ਜਾਣਨਾ ਚਾਹੂੰਗਾ ਕਿਉਂਕਿ ਉਹ ਆਜ਼ਾਦੀ ਦਾ ਦੌਰ 47 ਦੇ ਵਿੱਚ ਦੇਸ਼ ਆਜ਼ਾਦ ਹੁੰਦਾ ਹੈ, 48 ਵਿੱਚ ਤੁਹਾਡਾ ਜਨਮ ਹੁੰਦਾ ਹੈਗਾ, ਤਾਂ ਤੁਸੀਂ ਉਹ ਦੌਰ ਦੇਖਿਆ ਕਿ ਦੇਸ਼ ਆਜ਼ਾਦ ਹੋਇਆ ਸੀਗਾ, ਅੰਗਰੇਜ਼ ਇੱਥੋਂ ਮਤਲਬ ਇਹ ਕਹਿ ਲਓ ਵੀ ਗਏ ਸੀਗੇ ਹੈ ਨਾ। ਤਾਂ ਉਸ ਦੌਰ ਦੇ ਦੌਰਾਨ ਤੁਸੀਂ ਜਦੋਂ 10ਵੀਂ ਕਰ ਰਹੇ ਸੀਗੇ ਤਾਂ ਕਿਸ ਕਿਸਮ ਦਾ ਮਾਹੌਲ ਸੀਗਾ, ਮਤਲਬ ਕਿਹੜੀਆਂ ਪ੍ਰਸਥਿਤੀਆਂ ਦੇ ਵਿੱਚੋਂ ਜਾਂ ਕਿਸ ਕਿਸਮ ਦੇ ਰਾਜਨੀਤਿਕ ਨਾਅਰੇ ਉਸ ਸਮੇਂ ਲੱਗ ਰਹੇ ਸੀਗੇ? ਉਹ ਸਾਡੇ ਵੇਲੇ ਤਾਂ ਕੋਈ ਸਾਨੂੰ ਆਜ਼ਾਦੀ ਦੇ ਬਾਰੇ ਕੋਈ ਅਹਿਸਾਸ ਹੋਵੇ ਇਹ ਤਾਂ ਨਹੀਂ ਜੀ ਉਸ ਸਮੇਂ ਦੇ ਜਾਂ ਸਾਡੇ ਨਾਲ ਦੇ ਨੂੰ ਵੀ। ਹਾਂਜੀ, ਸਾਥੀ ਜਿੰਨੇ ਵੀ ਅਸੀਂ ਪੜ੍ਹਦੇ ਸੀ 8ਵੀਂ 10ਵੀਂ ਜਾਂਦੇ ਹੋਏ ਹਾਂ, ਉਦੋਂ ਸਾਨੂੰ ਬਾਹਰ ਦੀ ਲੜਾਈ ਹੋਈ ਬਾਹਰ ਦੀ ਇੰਡੋ ਚਾਈਨਾ ਦੀ ਇੰਡੋ ਚਾਈਨਾ। ਉਹ ਬਾਹਰ ਦੀ ਲੜਾਈ ਵੇਲੇ ਸਾਨੂੰ ਯਾਦ ਆ ਵੀ ਸਾਡੇ ਜਿਹੜੇ ਟੀਚਰ ਸੀ ਉਹ ਜਿਹੜਾ ਚਾਈਨਾ ਦੇ ਖਿਲਾਫ ਮਾਹੌਲ ਬਣਾਉਣ ਵਾਸਤੇ ਬਹੁਤ ਕੁਛ ਪ੍ਰੇਰਿਤ ਬੋਲਦੇ। ਅੱਛਾ, ਜਿਵੇਂ ਚੂਹੇ ਖਾਣੇ ਤੱਕ ਵੀ ਲੱਗ ਗਿਆ ਹੇਟ ਕਰਾਉਣ ਵੱਲੋਂ ਵੀ ਉਹ ਨਫ਼ਰਤ ਕਰਨ ਉਹਨਾਂ ਨੂੰ ਸਟੂਡੈਂਟ। ਹੋਰ ਕੋਈ ਸਾਡੀ ਜ਼ਿੰਦਗੀ 'ਚ ਕੋਈ ਵੱਡੀ ਤਬਦੀਲੀ ਆਈ ਹੋਵੇ ਜਾਂ ਕੋਈ ਉਸ 'ਤੇ ਸਾਨੂੰ ਪੋਲੀਟੀਕਲੀ ਅਸੀਂ ਕੋਈ ਬਹੁਤ ਚੇਤਨ ਹੋਈ ਹੈ। ਅੱਛਾ, ਇੰਡੋ ਚਾਰ ਜਿਹੜੀ ਵਾਰ ਹੈਗੀ ਉਹਦੇ ਦੌਰਾਨ ਤੁਹਾਡੇ ਜਿਹੜੇ ਟੀਚਰ ਸਾਹਿਬਾਨ ਸੀ ਉਹ ਅਸੈਂਬਲੀ ਦੇ ਵਿੱਚ ਆਮ ਤੌਰ 'ਤੇ ਉਹਦੇ ਖਿਲਾਫ ਬੋਲਦੇ ਸੀ। ਹਾਂ, ਤੇ ਨੰਗੇ ਚਿੱਟੇ ਤੇ ਤੁਹਾਨੂੰ ਕਿਵੇਂ ਲੱਗਦਾ, ਤੁਹਾਨੂੰ ਕੀ ਲੱਗਦਾ? ਸਾਨੂੰ ਉਹਦੇ ਬਾਰੇ ਕੋਈ ਉਹ ਨਹੀਂ ਪਤਾ। ਅਸਲ ਜਦੋਂ ਅਸੀਂ ਬਹੁਤ ਹੀ ਬਚਪਨ 'ਚ ਵੀ ਕੋਈ ਆਇਆ ਲੌਜੀਕਲੀ ਤਾਂ ਸੋਚਣ ਦੇ ਕਾਬਲ ਹੀ ਨਹੀਂ ਸੀ। ਅੱਛਾ, ਅਸੀਂ ਤਾਂ ਬਸ ਜੋ ਸੁਣ ਲੈਂਦੇ ਸੀ ਬਸ। ਮਤਲਬ ਤੁਸੀਂ ਵੀ ਇਹ ਮੰਨ ਲੈਂਦੇ ਸੀ ਵੀ ਠੀਕ ਹੈ ਜੀ ਵੀ ਖਾਸ ਕਰ ਖਾਣ ਦੀ ਆਦਤਾਂ ਸਾਡੇ ਪਿੰਡ 'ਚ ਕਰਦੀਆਂ ਸੀ ਵੀ ਚੂਹੇ ਖਾਂਦੇ ਨੇ ਹੁਣ ਇਹੋ ਜਿਹੀਆਂ ਗੱਲਾਂ ਕਰਦੀਆਂ ਨੇ। ਉਹ ਸਾਨੂੰ ਉਸ ਉਮਰ 'ਚ ਸੀ ਬਹੁਤ ਛੋਟੇ ਅਤੇ ਉਹ ਠੀਕ ਨਹੀਂ ਸੀ ਲੱਗਦੀਆਂ। ਅੱਛਾ ਅੱਛਾ ਅੱਛਾ, ਨਕਸਲਾਈਟ ਮੂਵਮੈਂਟ 67 ਦੇ ਵਿੱਚ ਜਿਹੜਾ ਹੁੰਦੀ ਹੈ ਤੇ ਉਦੋਂ ਤੁਹਾਡੀ ਉਮਰ ਕਿੰਨੀ ਕੁ ਸੀ? ਉਦੋਂ ਮੇਰੀ ਉਮਰ ਸਮਝ ਲਓ 67 ਤੇ 20 ਸਾਲ ਦੀ। 20 ਸਾਲ ਦੀ ਉਮਰ ਸੀ, ਯਾਨੀ ਕਾਫੀ ਗੱਭਰੂ ਨੌਜਵਾਨ ਸੀਗੇ। ਹਾਂ, ਬਸ ਨੌਜਵਾਨ ਹੀ ਸੀ, ਅਜੇ ਦਾੜੀ ਵੀ ਨਹੀਂ ਆਈ ਸੀ ਨੌਜਵਾਨ ਦੀ। ਅੱਛਾ, ਉਸ ਸਮੇਂ ਤੁਸੀਂ ਪੜ੍ਹ ਰਹੇ ਸੀ? ਨਾ, ਮੈਂ ਮੁਲਾਜ਼ਮ ਲੱਗਿਆ ਹੋਇਆ। ਕੀ ਮੁਲਾਜ਼ਮ ਲੱਗੇ? ਮੈਂ ਸਟੈਨੋ ਲੱਗਿਆ ਸੀ। ਸਟੈਨੋ ਲੱਗੇ ਹੋਏ ਸੀ। 10ਵੀਂ ਕਰਨ ਤੋਂ ਬਾਅਦ ਹੀ ਤੁਸੀਂ ਸਟੈਨੋ ਲੱਗੇ? ਕਿੱਥੇ ਸਟੈਨੋ ਦੀ ਨੌਕਰੀ ਕੀਤੀ? ਮੈਂ ਬਠਿੰਡੇ ਵੀ ਕੀਤੀ ਹੈ, ਮਾਨਸਾ ਕੀਤੀ ਹੈ, ਰਾਮਪੁਰਾ ਕੀਤੀ ਹੈ। ਅੱਛਾ, ਜਿੱਥੇ ਵੀ DC ਟ੍ਰਾਂਸਫਰ ਕਰ ਦਿੰਦਾ ਸੀ ਉੱਥੇ ਅਸੀਂ ਕਰਾਂਗੇ। ਅੱਛਾ, ਤੁਸੀਂ ਜਦ ਸਟੈਨੋ ਦਾ ਕੰਮ ਕਰ ਰਹੇ ਸੀ। ਅੱਛਾ, ਤੁਸੀਂ ਫਿਰ ਮਤਲਬ 67 ਦੇ ਵਿੱਚ ਇਸ ਮੂਵਮੈਂਟ ਦੇ ਵਿੱਚ ਸ਼ਾਮਲ ਹੋ ਗਏ? ਨਹੀਂ, 67 ਤੋਂ ਨਹੀਂ ਹੋਏ। 67 ਦੇ ਪ੍ਰਭਾਵਿਤ ਹੋ ਗਏ। ਹਾਂ, ਵੀ 67 ਸਾਨੂੰ ਇਸ ਮੂਵਮੈਂਟ ਨੇ ਜਿਵੇਂ ਪ੍ਰਭਾਵ ਪਾਇਆ ਵੀ ਇਹ ਕੋਈ ਚੀਜ਼ ਹੈ। ਹਾਂ, ਬਾਕੀ ਉੱਥੇ ਅਸੀਂ ਜਿਹੜੇ ਮਾਨਸਾ ਹੋਣ ਕਰਕੇ ਮਾਨਸਾ ਦੇ ਦੇਖੇ ਮੁੰਡੇ ਸ਼ਹੀਦ ਹੁੰਦੇ ਉਸ ਗੱਲ ਨੇ ਸਾਨੂੰ ਪ੍ਰਭਾਵਿਤ ਕੀਤਾ। ਮੁੰਡੇ ਸ਼ਹੀਦ ਹੋ ਰਹੇ ਆ, ਬੜੇ ਪੜ੍ਹੇ ਲਿਖੇ ਨੌਜਵਾਨ ਵਧੀਆ। ਅਤੇ ਬਾਕੀ ਮਾਨਸਾ ਜਿਹੜਾ ਏਰੀਆ ਸੀ ਉਹ ਪਹਿਲਾਂ ਤੋਂ ਹੀ ਕਮਿਊਨਿਸਟ ਏਰੀਆ ਸੀਗਾ। ਸੀਪੀਆਈ ਦੇ ਪ੍ਰਭਾਵ ਵਾਲਾ ਸੀ।
ਤੇ ਉਹ ਤੇ ਵੀ ਸਾਡੇ ਪ੍ਰਭਾਵਿਤ ਸੀਗੇ ਅਸੀਂ ਹਾਂ ਕਿਉਂਕਿ ਜਦੋਂ ਉਸ ਕੰਟਰੋਲ ਦੀ ਲੈ ਰਹੇ ਸੀ ਉੱਥੇ ਕਾਂਗਰਸ ਦੀ ਦਸਮ ਹੁੰਦੇ ਸੀ ਹਾਂ ਉਹ ਸੀ ਦੇ ਜਿਹੜਾ ਸੈਕਟਰੀ ਸੀ ਉਹ ਵੀ ਸਾਨੂੰ ਮਤਲਬ ਕਰਦੇ ਰਹਿੰਦੇ ਕੌਣ ਨੇ ਦੇ ਹੱਕ ਦੀ ਗੱਲਾਂ ਹਾਂ ਜਿਹੜੀਆਂ ਸਾਰੀਆਂ ਗੱਲਾਂ ਲਾ ਕੇ ਅਸੀਂ ਮੂਵਮੈਂਟ ਤੋਂ ਉਦੋਂ ਪ੍ਰਭਾਵਿਤ ਸੀ। ਹਾਂ ਅਸੀਂ ਮੂਵਮੈਂਟ 'ਚ ਰਲੇ ਨਹੀਂ। ਅੱਛਾ ਤੇ ਫਿਰ ਰਲੇਵਾਂ ਰਲਣ ਨੂੰ ਕਦੋਂ ਮਨ ਕੀਤਾ? ਹੁਣ ਤੱਕ 71 ਦੀ ਰੱਖਦੇ ਸੀ 71 ਦੇ ਵਿੱਚ ਜਾ ਕੇ ਰਲੇ ਜਦੋਂ ਮੂਵਮੈਂਟ ਆਇਆ ਪਾ ਕਿ ਪੀਕ ਤੇ ਸੀਗੀ ਪੂਰੀ ਉਦੋਂ ਜਾ ਕੇ 70 71 ਤੇ ਵੱਜਦੇ 70 71 ਜੀ ਜਾ ਕੇ ਰਲੇ। ਅੱਛਾ ਮਤਲਬ ਤੁਹਾਨੂੰ ਜਿਹੜਾ ਇਧਰਲੇ ਪਾਸੇ ਨੂੰ ਜੋੜਨ ਦੇ ਲਈ ਜਿਹੜੇ ਕੌਣ ਬੰਦਾ ਸੀ ਜਿਹਨੇ ਤੁਹਾਨੂੰ ਇਧਰਲੇ ਪਾਸੇ ਨੂੰ ਜੋੜਿਆ ਜੋੜੇ ਜਾਂ ਕਿਹਦੇ ਤੋਂ ਤੁਸੀਂ ਜ਼ਿਆਦਾ ਪ੍ਰਭਾਵਿਤ ਹੋਏ? ਸਾਡੇ ਪਿੰਡ 'ਚ ਵੀ ਕੁਝ ਮੁੰਡੇ ਸੀ ਜਿਹੜੇ ਨੌਜਵਾਨ ਭਾਰਤਵਾਂ ਸੀ। ਅੱਛਾ ਜੀ ਉਦੋਂ ਆ ਪਿੰਡ ਜਾਣ ਲੱਗ ਗਿਆ ਸੀ ਪਿੰਡ ਅਸੀਂ ਮਕਾਨ ਲੈ ਕੇ ਪਿੰਡ ਰਹਿਣ ਲੱਗ ਗਏ। ਅੱਛਾ ਜੀ ਉਹ ਨੌਜਵਾਨ ਭਾਰਤਵਾਂ ਦੇ ਅਸੀਂ ਕੰਮ ਕਰਦੇ ਸੀ ਪਰ ਉਹ ਸਾਡੀ ਦੋਸਤੀ ਸੀ ਸਾਰੀ ਗਲੀ 'ਚੋਂ ਅਸੀਂ ਕਾਫੀ ਨੌਜਵਾਨ ਸੀ। ਅੱਛਾ ਜੀ ਕੋਈ ਇੱਕ ਨਹੀਂ ਉਹਨਾਂ ਨੇ ਪਹਿਲਾਂ ਹੀ ਨੌਜਵਾਨ ਭਾਰਤਵਾਂ ਬਣਾਈ। ਯਾਨੀ ਤੁਸੀਂ ਨੌਜਵਾਨ ਭਾਰਤ ਸਭਾ ਦੇ ਰਾਹੀਂ ਇੱਧਰ ਜੁੜੇ ਹੋਗੇ। ਹਾਂਜੀ ਤੇ ਅੱਛਾ ਨੌਜਵਾਨ ਭਾਰਤ ਸਭਾ ਦਾ ਉਸ ਸਮੇਂ ਦਾ ਕਿਹੜਾ ਸਾਥੀ ਜਿਹੜਾ ਕਿਹੜਾ ਲੀਡਰ ਹੁੰਦਾ ਜਿਹੜਾ ਤੁਹਾਨੂੰ ਮਤਲਬ ਇਹ ਕਹਿੰਦੇ ਵੀ ਇਹਦੇ ਬਾਰੇ ਜੋ ਗਿਆਨ ਲੀਡਰ ਤਾਂ ਉਹ ਜਿਹੜਾ ਸਾਡੇ ਪੰਜਾਬ ਦਾ ਸੀ ਉਹ ਤਾਂ ਸੀ ਇੱਕ ਦਾ ਆਪਣਾ ਭੋਲਾ ਸਿੰਘ ਭੋਲਾ ਸਿੰਘ ਸਿਪਾਹੀ। ਸਦਾਣਾ ਉਹ ਲੀਡਰ ਹੁੰਦੇ ਸੀ। ਅੱਛਾ ਤੁਸੀਂ ਫਿਰ ਜਾਨੀ ਮਤਲਬ ਭੋਲਾ ਸਿੰਘ ਸਦਾਣਾ ਦੇ ਪ੍ਰਭਾਵ ਹੇਠ ਜਾਂ ਆਪਣੀ ਗਲੀ ਦੇ ਮੁੰਡਿਆਂ ਦੇ ਪ੍ਰਭਾਵ ਹੇਠ ਨੌਜਵਾਨ ਸਭਾ ਦੇ ਵਿੱਚ ਭਰਤੀ ਹੋ ਗਏ। ਹਾਂਜੀ ਤੇ ਅੱਛਾ ਉਸ ਸਮੇਂ ਤੁਸੀਂ ਸਭ ਤੋਂ ਵੱਧ ਪ੍ਰਭਾਵਿਤ ਕਿਹੜੇ ਬੰਦੇ ਨੂੰ ਹੋਏ? ਜਾਤੀ ਤੌਰ 'ਤੇ ਤਾਂ ਮੈਂ ਜਿਹਦੇ ਕੋਲੋਂ ਪੜ੍ਹਿਆ ਸੀ ਪ੍ਰੋਫੈਸਰ ਮੇਘਰਾਜ ਕੋਲੋਂ ਪ੍ਰੋਫੈਸਰ ਮੇਘਰਾਜ ਜੀ ਰਾਮਪੁਰਾ। ਹਾਂ ਰਾਮਪੁਰਾ ਜੀ। ਉਹ ਤੋਂ ਪ੍ਰਭਾਵਿਤ ਸੀ ਤੇ ਉਹ ਕਿਉਂਕਿ ਉਹ ਏਰੀਆ ਸਾਡਾ ਏਰੀਆ ਸੀ ਜਿਹੜਾ ਰਾਮਪੁਰਾ ਜੀ ਉਹ ਇੱਕ ਖਾਸ ਗਰੁੱਪ ਨਾਲ ਜੁੜਿਆ ਹੋਇਆ ਸੀ। ਉੱਥੋਂ ਕੋਈ ਉਸ ਏਰੀਏ ਤੋਂ ਕੋਈ ਮੁੰਡਾ ਉੱਠ ਕੇ ਜਾਂ ਨੌਜਵਾਨ ਉੱਠ ਕੇ ਹੋਰ ਗਰੁੱਪ ਨਾਲ ਨਹੀਂ ਜੁੜਿਆ ਪਹਿਲਾਂ। ਅੱਛਾ ਬਾਅਦ ਵਿੱਚ ਚਲਾ ਗਿਆ ਜਾਂ ਹੋਰ ਗੱਲੋਂ ਜਾਂ ਬਹਿ ਗਿਆ ਉਹ ਵੱਖਰੀ ਗੱਲ ਹੈ। ਹਾਂ ਪਰ ਉਦੋਂ ਇੱਕ ਗਰੁੱਪ ਖਾਸ ਦਾ ਹੀ ਉੱਥੇ ਬੋਲਬਾਲਾ ਸਾਡੇ ਉਹ ਕਿਹੜਾ ਗਰੁੱਪ ਸੀਗਾ ਜੀ ਉਹ ਯਾਦ ਹੈ? ਹੁਣ ਨਾਗਾ ਰੈਡੀ ਗਰੁੱਪ ਦੀ ਨਾਗਰੇਡੀ ਗਰੁੱਪ ਦਾ ਜਾਨੀ ਉਸ ਸਮੇਂ ਖਾਸਾ ਕੰਮ ਸੀਗਾ ਉੱਥੇ। ਅੱਛਾ ਤੁਹਾਡੀ ਜਿਹੜੀ ਮਤਲਬ ਫਿਰ 67 ਦੇ ਵਿੱਚ 67 ਤੋਂ ਲੈ ਕੇ 70 71 ਤੱਕ ਜਿਹੜਾ ਇਹ ਮੂਵਮੈਂਟ ਜਿਹੜੀ ਉੱਠੀ ਹੈ ਤਾਂ ਕੁਝ ਸਕੂਲਿੰਗ ਵੀ ਹੋਈਆਂ ਹੋਣੀਆਂ? ਤੇ ਉਦੋਂ ਸਕੂਲਿੰਗ ਕੋਈ ਸਕੂਲਿੰਗ ਨਹੀਂ ਹੋਈ। ਸਕੂਲਿੰਗ ਦਾ ਤਾਂ ਮੈਂ ਕਹੂੰਗਾ ਕਿ ਦਿਖਾ ਕੇ ਗਿਆ ਕੋਈ ਨਹੀਂ ਸਕੂਲਿੰਗ ਨਹੀਂ ਹੋਈ ਤੁਹਾਡੀ। ਤੁਸੀਂ ਪ੍ਰੋਫੈਸਰ ਮੇਘਰਾਜ ਜੀ ਰਾਹੀਂ ਬਸ ਜੁੜ ਗਏ ਇੱਕ। ਬਸ ਜੁੜ ਗਏ। ਅੱਛਾ ਉਸ ਸਮੇਂ ਕਿਉਂਕਿ ਨਕਸਲਾਈਟ ਮਤਲਬ ਲਹਿਰ ਦੇ ਜਿਹੜੇ ਦਿੱਗਜ ਸੀਗੇ ਜਿਵੇਂ ਮੈਂ ਕਹਾਂ ਕਾਮਰੇਡ ਹਾਕਮ ਸਮਾਓ, ਦਰਸ਼ਨ ਖੜਕੜ, ਬੰਦ ਸਿੰਘ ਮਾਣੂਕੇ ਹੈ ਨਾ ਤੇ ਜਾਂ ਸ਼ੇਰੀ ਖੋਖਰਾਲੇ ਹੈ ਨਾ ਇਹ ਮਤਲਬ ਮੈਂ ਕਹੂੰਗਾ ਵੀ ਉਸ ਸਮੇਂ ਦੇ ਦਿੱਗਜ ਸੀਗੇ। ਬਿਲਕੁਲ। ਤੇ ਤੁਹਾਡਾ ਇਹਨਾਂ ਚੋਂ ਕਿਸੇ ਨਾਲ ਕੋਈ ਵਾਹ ਵਾਸਤਾ ਨਹੀਂ ਪਿਆ? ਨਹੀਂ ਐ ਸਿੱਧਾ ਸਾਡਾ ਇਹਨਾਂ ਨਾਲ ਅੱਛਾ ਜੀ ਇਹਨਾਂ ਨਾਲ ਕੋਈ ਸਿੱਧਾ ਵਾਹ ਵਾਸਤਾ ਨਹੀਂ ਪਿਆ? ਨਹੀਂ ਇਹਨਾਂ ਨਾਲ ਇਹਨਾਂ ਨੂੰ ਕਦੇ ਮਿਲੇ ਵੀ ਨਹੀਂ ਤੁਸੀਂ? ਨਹੀਂ ਮੇਰੇ ਬਾਅਦ 'ਚ ਕਿਤੇ ਮਿਲੇ ਉਹ ਮਤਲਬ ਜਦੋਂ ਅਸੀਂ ਆਪ ਪਾਰਟੀ 'ਚ ਰਲ ਗਏ ਸਿੱਧੇ ਪਾਰਟੀ 'ਚ ਐਂਟਰ ਕਰ ਗਏ ਉਦੋਂ ਮਿਲੇ ਸ਼ੇਰੀ ਵਰਗਿਆਂ ਨੂੰ ਮਿਲਦੇ ਰਹੇ। ਹਾਂ ਉਹ ਨਹੀਂ ਮਤਲਬ ਹੋਰ ਕਿਸੇ ਨੂੰ ਜਾਨੀ ਇਸ ਤਰ੍ਹਾਂ ਦਾ ਨਹੀਂ ਸੀਗਾ ਕਿ ਕਿਉਂਕਿ ਉਦੋਂ ਅਸਲ 'ਚ ਦਿਖਾ ਕੇ ਵਾਪਰ ਗਿਆ ਵੀ ਉਦੋਂ ਦੁਫਾੜੀਆਂ ਬਾਹਲੀਆਂ ਪੈ ਗਈਆਂ ਫੁੱਟਾਂ ਵਾਲੀਆਂ ਪੈ ਗਈਆਂ ਨਕਸਲਾਈਟ ਮੂਵਮੈਂਟ ਦੇ ਵਿੱਚ। ਮੂਵਮੈਂਟ ਦੇ ਵਿੱਚ ਹੀ ਗਰੁੱਪ ਤਰ੍ਹਾਂ ਦੇ ਗਰੁੱਪ ਹੋ ਗਏ। 3-4 ਤਾਂ ਪੰਜਾਬ 'ਚ ਹੀ ਬਣ ਗਏ। ਅੱਛਾ ਇਹਨੇ ਇਹ ਜਿਹੜਾ ਨਾਗਰਿਕ ਗਰੁੱਪ ਸੀ ਇਹ ਕੀ ਗਾਂ ਫੁੱਟਾ ਪਈ ਨਾਗਰੇਡੀ ਗਰੁੱਪ ਦੇ ਵਿੱਚ 20 ਗਰੁੱਪ ਬਣ ਗਏ। ਕਿੰਨੇ ਹੀ ਅੱਛਾ ਜੀ ਮਤਲਬ ਉਹ ਗਰੁੱਪਾਂ ਦੇ ਨੇ ਕਦੇ ਤਾਲਮੇਲ ਕਰਨ ਦੀ ਜਾਂ ਹੋਰ ਕਰਨ ਦੀ ਕਦੇ ਕੋਸ਼ਿਸ਼ ਨਹੀਂ। ਨਾ। ਅੱਛਾ ਕਿਹੜੇ ਗਰੁੱਪ ਸੀ ਕੋਈ ਯਾਦ ਹੈ ਕਿ ਆਹ ਗਰੁੱਪ ਬਣ ਗਏ ਸੀ? ਇੱਕ ਤਾਂ ਨਾਗਰਿਕ ਤੋਂ ਟੁੱਟ ਗਈ ਸੀ ਹਰਭਜਨ ਸੋਹੀ ਤੋਂ ਹਰਭਜਨ ਸੋਹੀ 2 ਗਰੁੱਪ ਬਣ ਗਏ ਸੀ। ਹਰਭਜਨ ਸੋਹੀ ਦੇ ਵੀ 2 ਗਰੁੱਪ ਬਣ ਗਏ ਦੋ ਸੀ। ਗਰੁੱਪ ਬਣ ਗਏ। ਇੱਕ ਸੋਹੀ ਗਰੁੱਪ ਤੇ ਦੂਸਰਾ ਹੀ ਦੂਜਾ ਕਾਮਰੇਡ ਜਿਹੜਾ ਸ਼ੇਰੀ ਦਾ ਸ਼ੇਰੀ ਵਾਲਾ ਗਰੁੱਪ ਬਣ ਗਿਆ ਸੀ। ਹਾਂ ਅੱਛਾ ਜੀ ਤੇ ਉਸ ਤੋਂ ਬਾਅਦ ਜਿਹੜੇ ਦੂਜੇ ਸੀ ਉਹ ਤਾਂ ਪਹਿਲਾਂ ਅੱਡ ਗਰੁੱਪ ਸੀਗੇ ਹੀ ਉਹਨਾਂ ਦਾ। ਅੱਛਾ ਜੀ ਤੇ ਬਾਕੀ ਜਿਹੜੇ ਸੀਗੇ ਸਾਥੀ ਕਾਮਰੇਡ ਚਾਨੀ ਦੀ ਉਹਨਾਂ ਦੀ ਲਾਈਨ ਨੂੰ ਠੀਕ ਠਹਿਰਾਉਣ ਵਾਲੇ ਸੀਟੀ ਵਾਲੇ ਹਾਂ ਉਹਨਾਂ ਦਾ ਅੱਡ ਗਰੁੱਪ। CTML ਵਾਲੇ ਹਾਂਜੀ ਉਹ ਅੱਡ ਗਰੁੱਪ ਸੀਗਾ। ਉਹਨਾਂ ਦਾ ਤੇ ਇਹ ਹਾਕਮ ਸਮਾਓ ਕਿਹੜੇ ਗਰੁੱਪ 'ਚ ਸੀਗਾ? ਉਹ ਉਹਨਾਂ 'ਚ ਆਪਣਾ ਕਾਮਰੇਡ ਚਾਨੀ ਦੀ ਹੁੰਦਾ CTLML ਹਾਂਜੀ ਉਹਦੇ 'ਚ ਸੀਗਾ। ਤੇ ਦਰਸ਼ਨ ਖੜਕੜ ਦਾ ਅਲੱਗ ਗਰੁੱਪ ਸੀ ਉਹਦਾ ਉਹਦਾ ਗਰੁੱਪ ਸੀਗਾ। ਤੇ ਤੁਹਾਡੇ ਕੋਲ ਇਹਨਾਂ ਜੋ ਨਾ ਤਾਂ ਕਦੇ ਦਰਸ਼ਨ ਖੜਕੜ ਨਾ ਹਾਕਮ ਸਮਾਓ ਨਾ ਸ਼ੇਰੀ ਤੇ ਨਾ ਹੀ ਬੰਤ ਮਾਣੂਕੇ
ਇਹਨਾਂ ਚੋਂ ਕਿਸੇ ਨੇ ਤੁਹਾਡੇ ਨਾਲ ਆ ਕੇ ਸਕੂਲਿੰਗ ਨਹੀਂ ਇਹ ਉਸ ਸਕੂਲ ਕੋਈ ਸਕੂਲਿੰਗ ਨਹੀਂ ਕੀਤੀ, ਮਿਲੇ ਨਹੀਂ ਉਹ ਤਾਂ ਬਾਅਦ ਚ ਕਦੇ ਜਨਰਲੀ ਮਿਲੇ ਹੋਗੇ? ਮੇਰੇ ਆ ਜਾ ਜਦੋਂ ਬੰਦ ਮਾਣੂ ਕੇ ਸ਼ਹੀਦ ਕਰਤਾ ਹਾਂ ਆਪਣੇ ਇੱਥੇ ਮਾਣੂ ਕੀ ਟੰਕੀ ਫੜ ਕੇ ਸ਼ਹੀਦ ਕਰਤਾ ਇਹਦਾ ਜ਼ਿਕਰ ਨਹੀਂ ਕਰਦੇ ਬੰਤ ਮਾਣੂਕਿਆਂ ਨੂੰ ਮਾਣੂਕਿਆਂ ਦੇ ਉੱਤੇ ਫੜ ਕੇ ਸ਼ਹੀਦ ਕਰਤਾ ਸੀ। ਇਹ ਜੋ ਇੱਕ ਇਹਨਾਂ ਦੇ ਨੇ ਉੱਥੇ ਐਕਸ਼ਨ ਕੀਤਾ ਸੀ ਦੇਖ ਅੱਛਾ ਜੀ। ਐਮਐਲਏ ਸੀਗਾ ਉਸ ਏਰੀਏ ਦਾ, ਉਹ ਮਾਰਦਾ ਸੀ। ਕੀ ਨਾਮ ਸੀ ਉਸ ਐਮਐਲਏ ਦਾ? ਹਰਭਗਵਾਨ ਝੱਖੜ ਹਰਭਗਵਾਨ ਝੱਖੜਵਾ ਝੱਖੜਵਾਲਾ। ਕਿਹਦਾ ਐਮਐਲਏ ਸੀ? ਕਾਂਗਰਸ ਦਾ? ਉਹ ਸਾਰਿਆਂ ਪਾਸੇ ਸੀ। ਅੱਛਾ। ਹਾਂ ਤੇ ਇੱਕ ਤਾਂ ਉਹ ਆਏ ਸੀ ਮਤਲਬ ਬੰਦਾ ਤਕੜਾ ਸੀ, ਉਹ ਸਰਮਾਏਦਾਰ ਦੀ ਗੱਲ ਨਹੀਂ ਸੀ। ਹਾਂ ਇੱਕ ਉਹ ਥੋੜ੍ਹਾ ਜਿਹਾ ਉਹ ਲੜਾਕਾ ਪੜਾਕਾ ਸੀ ਬਹੁਤ। ਅੱਛਾ। ਤੇ ਉਹ ਉੱਥੇ ਮਾਸਟਰ ਸੀ ਦਰਸ਼ਨ ਬਾਜੀ ਵਾਲਾ। ਹਾਂ। ਹੁਣ ਤਾਂ ਅਸੀਂ ਵੀ ਉਹਨੂੰ ਦਰਸ਼ਨ ਬਾਜੀ ਵਾਲੇ ਕਹਿੰਦੇ। ਉਹਦੀ ਕੋਈ ਜ਼ਮੀਨ ਦਾ ਰੌਲਾ ਸੀ ਉਹਦੇ ਨਾਲ। ਅੱਛਾ। ਉਹਨੇ ਬਸ ਇਹ ਸੋਚ ਲਿਆ ਵੀ ਮੈਂ ਮਾਰਨਾ ਇਹਨੂੰ। ਹਾਂ ਉਹਨਾਂ ਨੇ ਐਕਸ਼ਨ ਕਰਤਾ, ਮਾਰਤਾ। ਹਾਂ ਉਦੋਂ ਬਾਅਦ ਚੱਕਿਆ ਗਿਆ ਇਹ ਬੰਤ ਬਣੇ ਤੇ ਹਾਂ ਮਾਰਾ ਕਿ ਨਹੀਂ ਸੀ? ਉਹ ਦਰਸ਼ਨ ਇਹਨੇ ਨਹੀਂ ਦਰਸ਼ਨ ਮਾਸਟਰ ਕੇ ਨਹੀਂ ਮਾਰਿਆ ਸੀ। ਮਾਸਟਰ ਦਰਸ਼ਨ ਹੋਰਾਂ ਨੇ ਮਾਰਿਆ ਸੀ। ਹਾਂ, ਇੱਕ ਦੋ ਸਾਥੀ ਹੋਰ ਸੀ ਉਹਦੇ ਨਾਲ ਹੋਣ ਮੌਕੇ ਤੇ। ਹਾਂ ਸਾਨੂੰ ਤਾਂ ਉਦੋਂ ਖੜਿਆਂ ਨੂੰ ਪਤਾ ਲੱਗਿਆ ਬਸ ਉਹ ਗੱਲ ਸੁਣ ਲਈ ਵੀ ਗੱਲ ਸੁਣ ਲਈ ਉਸ ਤਾਂ। ਹਾਂ, ਅੱਛਾ। ਤੇ ਉਹਦੇ ਚੱਕਰ 'ਚ ਚੱਕਿਆ ਬੰਦ ਮਾਣੂ ਕੀ ਗਿਆ? ਚੱਕਿਆ ਬੰਤ ਬੰਦ ਮਾਣੂ ਕੀ ਚੱਕਿਆ। ਅੱਛਾ, ਮਤਲਬ ਨਕਸਲਾਈਟ ਦੌਰ ਦੇ ਸਮੇਂ ਜਿਹੜਾ ਕਿ ਓਪਨਲੀ ਤਾਂ ਤੁਸੀਂ ਕੰਮ ਕਰ ਨਹੀਂ ਸਕਦੇ ਸੀਗੇ, ਨਾ ਓਪਨਲੀ ਤਾਂ ਬੰਦਿਸ਼ ਸੀਗੀ, ਹੈ ਨਾ? ਤਾਂ ਪਬਲਿਕ ਦੇ ਵਿੱਚ ਤੁਸੀਂ ਜਦੋਂ ਵਿਚਰਦੇ ਸੀ ਤਾਂ ਉਹ ਕਿਵੇਂ ਵਿਚਰਦੇ ਸੀਗੇ? ਉਹ ਜਨਤਕ ਦੇ ਸਮਝ ਨਹੀਂ ਆਣਾ ਸੀ। ਜਨਤਕ ਦੇ ਸਮੇਂ ਜਿਵੇਂ ਨੌਜਵਾਨ ਭਾਰਤ ਸਭਾ ਹੋ ਨੌਜਵਾਨ ਗਈ। ਭਾਰਤ ਹੋ ਗਈ, ਟ੍ਰੇਡ ਯੂਨੀਅਨ ਹੋ ਗਈਆਂ। ਅੱਛਾ। ਉੱਥੇ ਆਪਦੇ ਅਨੁਸਾਰ ਜਿਹੜੇ ਗਰੁੱਪ ਨਾਲ ਕੋਈ ਹੁੰਦਾ ਸੀ ਉਹਦੇ ਅਨੁਸਾਰ ਬੋਲੀ ਜਾਣਾ। ਹਾਂ ਇਹ ਸੀ। ਅੱਛਾ, ਸੋਹੀ ਦਾ ਹਰਭਜਨ ਸੋਹੀ ਦਾ ਕਿਹੜੇ ਏਰੀਏ 'ਚ ਸਭ ਤੋਂ ਵੱਧ ਕੰਮ ਸੀਗਾ ਜੀ? ਉਹ ਅਸਲ 'ਚ ਇਹ ਪੋਲੀਟੀਕਲ ਵੰਡ ਤਾਂ ਹੋਈ ਜਿਹੜਾ ਅਸੀਂ ਹੁਣ ਜਿਹੜਾ ਸੋਚਦੇ ਹਾਂ ਹਾਂ। ਉਦੋਂ ਨਹੀਂ ਸੀ ਸੋਚਦੇ ਹਾਂ ਜੋ ਹੁਣ ਸੋਚਦੇ ਹਾਂ। ਹਾਂ ਵੀ ਇਹਨੂੰ ਆਪਾਂ ਪੋਲੀਟੀਕਲ ਵੰਡ ਕਹਿਣਾ, ਜਿਗਰਾਫੀਕਲੀ ਵੰਡ ਕਰਨਾ, ਜਿਓਗ੍ਰਾਫੀ। ਉਹ ਭੂਗੋਲਿਕ ਵੰਡ ਜਿਵੇਂ ਮਾਨਸਾ ਏਰੀਆ ਹਾਂ CBML ਦਾ ਤੇ ਕੁਝ ਵੀ ਹੋਵੇ। ਹੁਣ ਵੀ CBML ਦਾ ਲਿਬਰੇਸ਼ਨ ਹੈ, ਮਾਨਸਾ ਏਰੀਆ ਸੀ ਕੋਈ ਮਿਲਦਾ ਸੀਗਾ ਤੇ ਹੁਣ ਵੀ ਲਿਬਰੇਸ਼ਨ ਦੀ ਹੈ। ਲਿਬਰੇਸ਼ਨ ਦਾ। ਹਾਂ ਉੱਥੇ ਜਿਹੜਾ ਇਹ ਸੀ ਪੰਜਾਬ ਦਾ ਇਹ ਜਿਵੇਂ ਸਾਡਾ ਏਰੀਆ ਹੋਇਆ ਜਾਂ ਕੁਝ ਬਠਿੰਡਾ ਹੋਇਆ, ਹਾਂ ਇਹ ਉਹ ਸੋਈ ਦੇ ਇਹ ਸੋਹੀ ਦੇ ਪ੍ਰਭਾਵ ਦੇ ਪ੍ਰਭਾਵ ਵਿੱਚ। ਨੇ। ਹਾਂ ਜਾਣੀ ਉਦੋਂ ਪੋਲੀਟੀਕਲ ਬਣ ਰਿਹਾ ਅਸੀਂ ਇਹਨੂੰ ਹਾਲ ਤੱਕ ਦੇ ਮਹਿਸੂਸ ਕਰਦੇ ਹਾਂ ਵੀ ਜਿਗਰਾਫੀਕਲ ਬਣ। ਜਿਓਗ੍ਰਾਫੀ ਨਹੀਂ ਬਣ ਸੀ। ਹੁਣ ਤੱਕ ਵੀ ਇਹੀ ਹੈ। ਹਾਂ। ਅੱਛਾ, ਇਹ ਵੀ ਸੁਣਨ 'ਚ ਆਇਆ ਵੀ ਮਤਲਬ ਜਿਹੜਾ ਹੈਗਾ ਵੀ ਜਿਹੜੇ ਇਹ ਨਕਸਲਾਈਟ ਮੂਵਮੈਂਟ ਸੀ ਤਾਂ ਇਹਨਾਂ ਨੂੰ CPI ਤੇ CPI ਵੱਲੋਂ ਜਾਂ CPIM ਵੱਲੋਂ CI ਦੇ ਏਜੰਟ ਵੀ ਕਿਹਾ ਜਾਂਦਾ ਰਹੇਗਾ। ਨਹੀਂ, ਇਹ ਤਾਂ ਜੀ ਚਰਚਾ 'ਚ ਤਾਂ ਬਹੁਤ ਕੁਝ ਹੁੰਦਾ ਹੈ। ਹਾਂ ਚਰਚਾ 'ਚ ਤਾਂ ਚੀਨ ਦੇ ਏਜੰਟ ਹੈ ਇਹ। ਹਾਂ ਹੋਰ ਇਹੋ ਜਿਹੀਆਂ ਗੱਲਾਂ ਮਤਲਬ ਦੂਸ਼ਣਬਾਜ਼ੀ ਕਰਨੀ ਇਹ ਤਾਂ ਬਹੁਤ ਲੱਗਦੀ ਹੈ, ਇਹ ਤਾਂ ਕੋਈ ਰੌਲੇ ਵਾਲੀ ਗੱਲ ਨਹੀਂ। ਹਾਂ ਪਰ ਉਹ ਸਿੱਧੇ ਤੌਰ ਤੇ ਅੱਜ ਤੱਕ ਕਦੇ ਕਿਸੇ ਨੂੰ ਕਿਸੇ ਨੇ ਕਿਹਾ ਹੋਵੇ ਹਾਂ ਵੀ ਤੁਸੀਂ ਏਜੰਟ ਹੋ ਜਾਂ ਏਜੰਸੀਆਂ ਦੇ ਏਜੰਟ ਹੋ, ਇਹ ਨਹੀਂ। ਅੱਛਾ। ਇੱਕ ਦੂਜੇ ਨੂੰ ਵੀ ਨਹੀਂ ਕਿਹਾ। ਅੱਛਾ, ਤੁਸੀਂ ਕਿਹੜੇ ਧੜੇ ਨਾਲ ਰਹੇ? ਸੋਹੀ ਧੜੇ ਨਾਲ? ਨਾਗਰਿਕ ਤਰ੍ਹਾਂ ਸੋਹੀ ਧੜੇ ਨਾਲ ਰਹੇ? ਹਾਂਜੀ। ਅੱਛਾ। ਤੇ ਇਹ ਸੋਹੀ ਧੜਾ ਜਾਂ ਮਤਲਬ ਇੱਕ ਸੋਹੀ ਧੜਾ ਬਣ ਗਿਆ ਸੀ, ਹਾਕਮ ਸਮਾਉ ਵਾਲਾ ਧੜਾ ਬਣ ਗਿਆ ਸੀ ਇੱਕ ਦਾ, ਹਾਂ। ਹੈ ਨਾ? ਤੇ ਇਹਦੇ 'ਚ ਮਤਲਬ ਜਿੱਥੋਂ ਤੱਕ ਮੈਨੂੰ ਸੁਣਨ 'ਚ ਆਇਆ ਉਹ ਇਹ ਵੀ ਆਏਗਾ ਵੀ ਸੋਹੀ ਧੜੇ ਦੀ ਜਿਹੜੀ ਮਤਲਬ ਇੱਕ ਵਾਰੀ ਜਿਹੜੀ ਹੈਗੀ ਆ ਮਤਲਬ ਇਹਨਾਂ ਤੋਂ ਅਲੱਗ ਜਿਹੜੀ ਆ ਉਹ ਇਸ ਕਰਕੇ ਵੀ ਹੋ ਗਈ ਸੀ ਵੀ ਬੰਦੇ ਮਾਰਨੇ ਕਿਹੜੇ ਹਥਿਆਰਾਂ ਨਾਲ ਨੇ? ਇਹ ਕੋਈ ਗੱਲ ਨਹੀਂ, ਨਹੀਂ ਇਹ ਨਹੀਂ ਕੋਈ ਦੇਖੋ ਸਾਡੇ ਵੀ ਪੁਰਾਣੇ ਹਥਿਆਰਾਂ ਨਾਲ ਮਾਰਦੇ ਜਾਂ ਨਵੇਂ ਹਥਿਆਰਾਂ ਨਾਲ ਮਾਰਦੇ? ਨਹੀਂ, ਇਹ ਤਾਂ ਨਹੀਂ ਨਹੀਂ ਸੋਹੀ ਧੜਾ ਤਾਂ ਮਾਰਨ ਬਣਾਈ ਦੇ ਵੈਸੇ ਹੀ ਖਿਲਾਫ ਸੀ। ਅੱਛਾ ਜੀ। ਉੱਥੇ ਇਸ ਲਾਈਨ ਨੂੰ ਮਤਲਬ ਮਾਰਕੇਵਾਈਜ਼ ਲਾਈਨ ਕਹਿੰਦੇ ਬਿਲਕੁਲ ਹੀ ਰੱਦ ਕਰਨਾ। ਰਾਜਿਤਾਬਾਦ ਕਹਿੰਦਾ ਸੀਗਾ। ਹਾਂ, ਆਊਟਰਾਈਟ ਵੀ ਜਿਹਨੂੰ ਕਹਿੰਦੇ ਨਾ ਵੀ ਇੱਕਦਮ ਹਾਂ ਵੀ ਜਿਵੇਂ ਪਹਿਲਾਂ ਭਗਤ ਸਿੰਘ ਵਰਗਿਆਂ ਨੇ ਕਮਿਊਨਿਸਟ ਪਾਰਟੀ ਕਹਿੰਦੀ ਸੀ ਵੀ ਤੁਸੀਂ ਤਾਂ ਕਤਲ ਕਰਨ ਨੂੰ ਠੀਕ ਠਹਿਰਾਉਣੀ। ਹਾਂ ਭਗਤ ਸਿੰਘ ਵਰਗੇ ਚੀਜ਼ਾਂ ਸ਼ਾਮਲ ਨਹੀਂ ਸੀ ਹੋਏ। ਇਹ ਕਰਕੇ ਵੀ ਇਹ ਤਾਂ ਬੰਦੇ ਨੂੰ ਮਾਰਨਾ ਹੀ ਪਾਪ ਸਮਝਦੇ ਆ, ਜਿਵੇਂ ਬਿੱਲੀ ਮਾਰਨੀ ਪਾਪ ਹੁੰਦੀ ਹੈ ਹਾਂ ਵੀ ਕਦੇ ਤਾਂ ਮਾਰਿਆ ਜਾ ਸਕਦਾ। ਹਾਂ। ਉਹ ਸੋਹੀ ਵਰਗੇ ਤੇ ਇਸ ਲਾਈਨ ਦੇ ਸੀ ਵੀ ਇਹ ਬਿਲਕੁਲ ਹੀ ਗਲਤ ਹੈ। ਅੱਛਾ।
ਉਹਨੇ ਤਾਂ ਸਟੇਟਮੈਂਟ ਵੀ ਦੇ ਦਿੱਤੀ ਜੀ ਵੀ ਇਹ ਜਿਹੜਾ ਐਕਸ਼ਨ ਵਾਲੀ ਲਾਈਨ ਗਲਤ ਹੈ, ਅਸੀਂ ਇਹ ਛੱਡ ਅਸੀਂ ਛੱਡ ਜਾਣੀ ਜਿਹੜੀ ਕਿ ਉਹ ਜੇ ਆਪਾਂ ਦੇਖੀਏ ਪੋਲੀਟੀਕਲੀ ਇਹ ਇੱਕ ਕਿਸਮ ਦੀ ਟਾਊਟਬਾਜ਼ੀ ਵਾਲੀ ਗੱਲ ਬਣ ਜਾਂਦੀ ਹੈ। ਪੋਲੀਟੀਕਲੀ ਟਾਊਟਬਾਜ਼ੀ ਹਾਂ, ਕਿਉਂਕਿ ਮੈਂ ਕਹਾਂ ਵੀ ਇਹ ਸਾਥੀ ਤਾਂ ਕਤਲ ਕਰਦਾ, ਮੈਂ ਤਾਂ ਕਰਦਾ ਨਹੀਂ, ਇਹਦਾ ਮਤਲਬ ਮੈਂ ਤਾਂ ਗਵਾਹੀ ਬਣ ਗਿਆ ਪੁਲਿਸ ਦਾ। ਅੱਛਾ, ਜਿਹੜੀ ਇਹਨਾਂ ਨੇ ਕਹਿੰਦਾ ਬਿਆਨ ਵੀ ਦਿੱਤਾ ਇਹਨਾਂ ਦੀ ਸੋਹੀ ਗਰੁੱਪ ਨੇ ਵੀ ਅਸੀਂ ਇਸ ਤਰ੍ਹਾਂ ਦੀ ਕੋਈ ਉਹ ਨਹੀਂ ਕਰਦੇ। ਅੱਛਾ, ਉਦੋਂ ਕਿਉਂਕਿ ਪੰਛੀ ਇਹ ਬਾਹਰ ਆਏ ਸੀ, ਹਰ ਸੋਹੀ ਤੇ ਮੇਘਰਾਜ ਇਹ ਜਿਹੇ ਬੰਦੇ ਨੇ ਆ ਕੇ ਫਿਰ ਇਹਨਾਂ ਨੇ ਬਿਆਨ ਦਿੱਤਾ। ਅੱਛਾ, ਤੁਸੀਂ ਵੀ ਕੋਈ ਅੰਡਰਗਰਾਉਂਡ ਰਹੇ ਹੋ ਜਾਂ ਜਾਨੀ ਮਤਲਬ ਤੁਸੀਂ ਨੌਜਵਾਨ ਭਾਰਤ ਦਾ ਕੀ ਕਰਦੇ? ਨਹੀਂ, ਅੰਡਰਗਰਾਉਂਡ ਤਾਂ ਮੈਂ ਰਿਹਾ 5-6 ਸਾਲ। ਅੱਛਾ, ਤੇ ਪਾਰਟੀ ਦੀ ਪਰ ਅਸੀਂ ਕਿਉਂਕਿ ਲਾਈਨ ਉਹ ਸਾਡੀ ਦੂਜੀ ਸੀ, ਕੋਈ ਉਹਦਾ ਨੁਕਸਾਨ ਤਾਂ ਉਹਨੂੰ ਸਰਕਾਰ ਨੂੰ ਲੱਗਦਾ ਨਹੀਂ ਹਾਂ ਜਾਂ ਉਹਨੂੰ ਕੋਈ ਸਾਥੋਂ ਡਰ ਲੱਗਦਾ ਹੁੰਦਾ। ਹਾਂ, ਈਵਨ ਪਤਾ ਲੱਗੇ ਤਾਂ ਵੀ ਉਹ ਫੜਦੇ ਨਹੀਂ ਫੜਦੇ ਨਹੀਂ ਵੀ ਇਹ ਤਾਂ ਜਾਨੀ ਨਾ। ਆਇਆ ਅਸੀਂ ਟਾਊਨ ਫੜਿਆ ਇੱਕ, ਹਾਂ ਤੇ ਦੂਜਿਆਂ ਜਥੇਬੰਦੀਆਂ ਨੂੰ ਵੀ ਦੱਸਿਆ ਸੀ ਵੀ ਟਾਊਨ ਫੜ ਲਿਆ। ਉਹ ਵਿੱਚ PSP ਦੇ ਵਿੱਚ ਕੰਮ ਕਰਦਾ ਸੀ, ਸੀ ਪੁਲਿਸ ਦਾ ਬੰਦਾ। ਅੱਛਾ, ਚਲੋ ਉਹ ਜਦੋਂ ਅਸੀਂ ਫੜ ਲਿਆ ਤੇ ਉਹਦੇ ਨਾਲ ਗੱਲਬਾਤ ਕੀਤੀ, ਉਹ ਮੰਨ ਲਿਆ। ਉਹਨੇ ਇੱਕ ਦੋ ਬੰਦੇ ਦਿਖਾਏ ਸੀ, ਇੱਕ ਮੈਂ ਦਿਖਾਇਆ ਸੀ, ਕੋਈ ਹੋਰ ਵੀ ਬੰਦੇ ਜਿਹੜੇ ਅਸੀਂ ਆਪਦੇ ਆਪ ਨੂੰ ਅੰਡਰਗਰਾਉਂਡ ਕਹਾਉਂਦੇ ਸੀ। ਤੁਸੀਂ ਆਪਣੇ ਆਪ ਨੂੰ ਅੰਡਰਗਰਾਉਂਡ ਕਰਦੇ ਹਾਂ। ਸੀ। ਕੀ ਨਾਮ ਸੀ ਉਹ ਬੰਦੇ ਦਾ? ਉਹਦਾ ਬੰਗੀ ਦਾ ਸੀਗਾ, ਉਹ ਰੁੱਦੂ ਬੰਗੀ ਦਾ ਇੱਧਰ ਨਾ ਹੁਣ ਮੇਰੇ ਵਿੱਚ ਇੱਥੇ। ਅੱਛਾ, ਨਾਮ ਚੇਤੇ ਨਹੀਂ ਹਾਂ। ਤੇ ਅੱਛਾ, ਉਹਨੇ ਮੰਨ ਪਿਆ ਵੀ ਆ ਵੀ ਮੈਨੂੰ ਇੰਸਪੈਕਟਰ ਨੇ ਕਿਹਾ ਵੀ ਇੰਨੇ ਪੈਸੇ ਦਿੰਦਾ ਹੌਲਦਾਰ ਵਾਸਤੇ ਭਰਤੀ ਕਰਨੀ ਉਹਨਾਂ ਨੇ ਮੇਰੀ, ਹਾਂ ਤੇ ਵੀ ਤੂੰ PSP ਕੰਮ ਕਰ ਸਾਨੂੰ ਦੇ ਜਾ ਅੱਛਾ ਸੂ। ਉਹਨੇ ਮਤਲਬ ਜਿਵੇਂ ਕਾਮਰੇਡ ਹਾਕਮ ਕਹਿੰਦਾ ਹੁੰਦਾ ਸੀ ਵੀ ਇਹਨਾਂ ਨੇ ਤਾਂ ਨਾ ਅੰਡਰਗਰਾਉਂਡ ਦਾ ਆਬਾ ਮੰਡਲ ਸਾਰਿਆਂ ਨੇ ਆਪਾਂ ਮੰਡਲ ਕਰ ਉਹ ਸੱਚੀ ਗੱਲ ਉਹਦੀ ਹਕੀਕਤ ਹੀ ਹੈ ਇਹ ਵੀ। ਉਦੋਂ ਉਹਨੇ ਜਾ ਕੇ ਜੇ ਦੱਸਿਆ ਵੀ ਆਹ ਬੰਦੇ ਆ, ਉਹਨਾਂ ਨੇ ਮਤਲਬ ਇੰਸਪੈਕਟਰ ਦਾ ਜਵਾਬ ਸੀ, ਉਹਨੇ ਆਪ ਦੱਸਿਆ ਉਹਨੂੰ ਵੀ ਕੋਈ ਨਹੀਂ ਫਿਰਦੇ ਖਤਰਾ ਮਹਿਸੂਸ ਨਹੀਂ ਹੁੰਦਾ। ਕਿਉਂਕਿ ਉਹਨੇ ਕੋਲੇ ਸਾਰਾ ਲਿਟਰੇਚਰ ਦਿੰਦਾ ਸੀ ਉਹਨਾਂ ਨੂੰ, ਜਿਹੜਾ ਵੀ ਇਸ ਜਥੇਬੰਦੀ ਦਾ ਚੱਲਦਾ ਸੀ ਉਹਨਾਂ ਨੂੰ ਉਸ ਲਾਈਨ ਤੋਂ ਕੋਈ ਖਤਰਾ ਨਹੀਂ ਸੀ। ਅੱਛਾ, ਜ਼ਿਆਦਾਤਰ ਫਿਰ ਉਸ ਸਮੇਂ ਜਿਹੜੀ ਕਿ ਪੈਠ ਹੈਗੀ ਜਿਹੜੀ ਜਾਂ ਚਲੋ ਕਿ ਜੀ ਤੋਂ ਸਟੇਟ ਜ਼ਿਆਦਾ ਖਤਰਾ ਮੰਨਦੀ ਸੀ, ਉਹ ਥੋੜਾ ਕਿਹੜਾ ਸੀ? ਉਹ ਧੜਾ ਤਾਂ ਸੀ ਹੀ CPM ਦਾ CPIM ਦਾ ਇਹਦੇ ਖਾਤਮ ਵਾਲਾ ਦਰਸ਼ਨ ਖੜਕੜ ਵੀ ਇਸੇ ਨਾਲ ਹੀ ਸੀ। ਹਾਂ, ਉਹ ਸ਼ੁਰੂ ਸਾਰੇ ਇਹ ਇੱਕੋ ਲਾਈਨ ਦੇ ਨਾਲ। ਨਹੀਂ ਮਤਲਬ ਵੀ ਦਰਸ਼ਨ ਖੜਕੜ ਤੇ ਹੱਕ ਸਮਾਂ ਵਾਲਾ ਧੜਾ ਜਿਹੜਾ ਸੀਗਾ ਹਾਂ, ਇਹ ਜ਼ਿਆਦਾ ਖਤਰਨਾਕ ਮੰਨਿਆ ਗਿਆ ਸੀਗਾ। ਖਤਰਨਾਕ ਕਿਉਂਕਿ ਜੇ ਕੋਈ ਐਕਸ਼ਨ ਕਰਦੇ ਸੀ ਤਾਂ ਉਹ ਇਹੀ ਕਰ ਸਕਦੇ ਸੀ, ਇਹਨਾਂ ਦੀ ਲਾਈਨ ਵੀ ਸੀ। ਹਾਂ ਸੋਹੀ ਧੜਾ ਤਾਂ ਬਿਲਕੁਲ ਹੀ ਰੱਦ ਕਰਦਾ ਸੀ ਹਾਂ ਤੇ ਉਹਨਾਂ ਨੂੰ ਖਤਰਾ ਕੀ। ਹਾਂ। ਅੱਛਾ, ਸੋਹੀ ਧੜਾ ਫਿਰ ਪਾਰਟੀ ਬਣਾਉਣ ਵੱਲ ਵੀ ਨਹੀਂ ਵਧਿਆ ਫਿਰ? ਪਾਰਟੀ ਬਣਾਉਣ ਦੀ ਨਾਮ ਵੀ ਕੋਈ ਨਹੀਂ ਸੀ। ਨਾ ਨਹੀਂ ਉਹ ਤਾਂ ਕਹਿੰਦਾ ਉਹ ਤਾਂ ਗਰੁੱਪਾਂ ਨੂੰ ਮਾਨਤਾ ਦਿੰਦਾ। ਉਹ ਤਾਂ ਇਹ ਕਹਿੰਦਾ ਵੀ ਮੇਰਾ ਗਰੁੱਪ ਆ ਮੰਨ ਲਓ ਜਾਂ ਤੁਹਾਡਾ ਗਰੁੱਪ ਹੋਵੇ, ਤੁਸੀਂ ਇਹ ਕਹੋਗੇ ਵੀ ਆਪਦੀ ਪ੍ਰੈਕਟਿਸ ਤੋਂ ਦੇਖ ਕੇ ਵੀ ਤੁਹਾਡੀ ਲਾਈਨ ਠੀਕ ਹੈ ਜਾਂ ਗਲਤ ਹੈ ਤੇ ਦੂਜੇ ਗਰੁੱਪ ਜਾਓ। ਬਸ ਕੋਈ ਰਾਜਨੀਤਿਕ ਕੋਈ ਨਾ ਬਹਿਸ ਦਾ ਕੋਈ ਚੱਕਰ ਨਹੀਂ। ਫਿਰ ਤੁਹਾਨੂੰ ਲੱਗਦਾ ਨਹੀਂ ਸੀ ਵੀ ਇਸ ਤਰ੍ਹਾਂ ਇਹਦਾ ਫਾਇਦਾ ਕੀ ਹੈ? ਨਹੀਂ। ਉਹ ਵੀ ਨਾ ਤਾਂ ਸੱਤਾ ਬਦਲਣੀ ਹੈ ਇਸ ਨਾਲ। ਸਾਡਾ ਇਹ ਬੰਦਾ ਨਹੀਂ ਸੀ। ਅੱਛਾ, ਇਹ ਤਾਂ ਬਾਅਦ 'ਚ ਚਲੋ ਅਸੀਂ ਜੋ ਪੜ੍ਹਦੇ ਰਹੇ ਫਿਰ ਜਾਂ ਹੁਣ ਪ੍ਰੈਕਟਿਸ 'ਚ। ਅੱਛਾ, ਫਿਰ ਤੁਸੀਂ ਜਾਨੀ ਮਤਲਬ ਜਦੋਂ ਇਧਰਲੇ ਪਾਸੇ ਨੂੰ ਭਰਤੀ ਹੋ ਗਏ, ਤੁਸੀਂ ਅੰਡਰਗਰਾਉਂਡ ਵੀ ਰਹੇ, ਫਿਰ ਸਟੈਨੋਗ੍ਰਾਫੀ ਦਾ ਕੀ ਬਣਿਆ? ਉਹ ਤਾਂ ਛੱਡਤੀ, ਉਹ ਛੱਡਤੀ। ਉਹ ਫਿਰ ਮੈਨੂੰ ਸਰਕਾਰ ਨੇ ਕੱਢੀ ਜਿੱਥਾ ਸੀ ਕਿ ਉਹ ਮੈਂ ਹੋ ਗਿਆ ਰਾਜ ਹੋ ਗਿਆ। ਸਰਕਾਰ ਨੇ ਕੱਢੀ। ਲਾਸਟ ਵਿੱਚ ਤੁਸੀਂ ਸਟੈਨੋਗ੍ਰਾਫਰ ਦੇਖੇ ਸੀਗੇ? ਲਾਸਟ ਵੇਲੇ ਮੈਂ ਸੀ ਬਠਿੰਡੇ। ਬਠਿੰਡੇ। ਅੱਛਾ, ਫਿਰ ਜਿਹੜਾ ਇਹਦਾ ਜੀ ਮਤਲਬ ਕਿਉਂਕਿ ਅੱਗੇ ਦੌਰ ਜਿਹੜਾ ਐਮਰਜੈਂਸੀ ਦਾ ਵੀ ਆਇਆ, ਦੇਖੋ ਐਮਰਜੈਂਸੀ ਦੇ ਦੌਰਾਨ ਮਤਲਬ CPI ਤੇ ਇਸ ਗੱਲ ਤੇ ਆ ਗਈ ਸੀਗੀ ਮਤਲਬ ਕਿ ਉਹਨਾਂ ਨੇ ਐਮਰਜੈਂਸੀ ਦੀ ਸਪੋਰਟ ਕਰਤੀ ਸੀ। ਉਹ ਤੇ ਇੱਥੋਂ ਤੱਕ ਕਹਿੰਦੇ ਰਿਹਾ ਵੀ ਹੋਰ ਕੜਕੀ ਕਸ ਬੀਬੀ, ਹੋਰ ਕੜਕੀ ਕਸ। ਤੇ ਉਸ ਵਿੱਚ ਤੁਹਾਡਾ ਸਟੈਂਡ ਕੀ ਸੀਗਾ? ਨਹੀਂ, ਅਸੀਂ ਤਾਂ ਐਮਰਜੈਂਸੀ ਦਾ ਵਿਰੋਧ ਹੀ ਕੀਤਾ। ਅੱਛਾ, ਉਹ ਤਾਂ ਬਦਲਣਾ ਜਿਹੜੇ ਜਨਤਕ ਆਗੂ ਸੀ ਉਹਨਾਂ ਨੇ ਤਸ਼ੱਦਦ ਚ ਲਿਆ ਐਮਰਜੈਂਸੀ ਪੂਰਾ ਸਹੀ ਮੈਨੇ ਜੱਜ ਦੇ ਵੀ ਤਸ਼ੱਦਦ ਚ ਜਿਨ੍ਹਾਂ ਦੀ ਜਨਤਕ ਜਥੇਬੰਦੀਆਂ ਰਾਹੀਂ ਕੀਤਾ ਸੀਗਾ, ਵਿਰੋਧ ਕੀਤਾ, ਉਹਨਾਂ 'ਚ ਕੋਈ ਨਾਮ? ਜਿਵੇਂ ਮਾਸਟਰ ਜਸਪਾਲ ਹੀ ਆ, ਉਹ ਹੁੰਦੀ ਜਮਾਨੀ ਉਹ। ਅੱਛਾ ਜੀ।
ਮਾਸਟਰ ਜਸਪਾਲ ਜੀ ਕਾਹਦਾ ਕੰਮ ਕਰਦੇ ਸੀਗੇ? ਉਹ ਟੀਚਰਾਂ ਦੀ ਕਰਦੇ ਸੀ। ਅੱਛਾ, ਟੀਚਰ ਮੁਲਾਜ਼ਮ ਲੈ ਕੇ ਕੰਮ ਕਰਦੇ ਸੀ। ਇਹਨਾਂ ਨੇ ਨੰਗੇ ਚਿੱਟੇ ਹੋ ਕੇ ਜਿਹੜਾ ਐਮਰਜੈਂਸੀ ਦਾ ਰੋਜ਼ ਵਿਰੋਧ ਵੀ ਕੀਤਾ ਤੇ ਸ਼ਬਦ ਵੀ ਬਹੁਤ ਨੇ। ਅੱਛਾ, ਤੇ ਇਸ ਸੋਹੀ ਗਰੁੱਪ ਦਾ ਕੁਝ ਖਾਸ ਜਿਹੜਾ ਉਹ ਸੀਗਾ ਇਹ ਵਿਰੋਧ? ਔਰ ਕੋਈ ਗਰੁੱਪ ਦਾ ਐਮਰਜੈਂਸੀ ਦਾ ਤਾਂ ਵਿਰੋਧ ਹੀ ਕਰਦਾ। ਪਹਿਲਾਂ ਵਿਰੋਧ ਜਾਨੀ ਮਤਲਬ ਬੋਲ ਕੇ ਗੱਲਾਂ ਵਿਰੋਧ ਕਰਦਾ ਸੀਗਾ, ਜਾਨੀ ਮਤਲਬ ਸੱਚੀ ਮੁੱਚੀ ਵਿਰੋਧ ਕਰਦਾ ਸੀ? ਨਹੀਂ ਆ ਪ੍ਰੈਕਟੀਕਲੀ ਕੋਈ ਮੂਵਮੈਂਟ ਸਾਡੀ ਹੋ ਗਈ ਇਸ ਰੂਪ ਤੇ। ਇਸ ਰੂਪ ਸੀ ਨਾ ਬਾਕੀ ਧੜਿਆਂ ਦਾ ਜੀ? ਬਾਕੀ ਧੜਿਆਂ ਦਾ ਨਹੀਂ ਮੈਨੂੰ ਨਹੀਂ ਜਾਣਕਾਰੀ ਵੀ ਉਹਨਾਂ ਨੇ ਕੀ ਕੀਤਾ ਕਿਉਂਕਿ ਡਾਕੂਮੈਂਟ ਉਹਨਾਂ ਦੇ ਹੁੰਦੇ ਸੀ ਅੱਡ ਅੱਡ। ਹਾਂ ਨਾ ਹੀ ਉਦੋਂ ਇੱਕ ਦੂਜੇ ਨੂੰ ਇਹਨਾਂ ਮਿਲਣ ਦਾ ਮੌਕਾ ਮਿਲਦਾ ਸੀ। ਹਾਂ ਪੰਜਾਬ ਦੀ ਅਸਲ ਤੋਂ ਉਹ ਖੂਹ ਦੇ ਡੱਡੂ ਵਾਲੀ ਗੱਲ ਸੀ ਕਿ ਆਪਦੀ ਪਾਰਟੀ ਦਾ ਜਾਂ ਗਰੁੱਪ ਦਾ ਕਹਿ ਲਓ ਹਾਂ। ਪੜ੍ਹਨਾ ਉਹਦੇ ਹੀ ਲਿਖਣਾ ਉਹਦੇ ਹੀ ਬੋਲਣਾ ਬੱਚੇ ਨਹੀਂ ਕਰਦੇ। ਇੱਥੇ ਸੋਹੀ ਨਾਲ ਤੁਹਾਡਾ ਕਦੇ ਮਿਲਾਪ ਹੋਇਆ ਸੀ? ਨਾ ਸੋਹੀ ਨਾਲ ਕਦੇ ਮਿਲਾਪ ਨਹੀਂ ਹੋਇਆ? ਨਾ। ਤੁਹਾਡਾ ਮਿਲਾਪ ਇਕੱਲਾ ਮਤਲਬ ਮੇਘਰਾਜ ਤੱਕ ਹੀ ਰਿਹਾ? ਨਹੀਂ ਮੇਰਾ ਤੱਕ ਵੀ ਨਹੀਂ ਹੋਊਗਾ। ਉਸ ਤੋਂ ਬਾਅਦ ਜਿਹੜੇ ਬੰਦੇ ਕੋਈ ਸਾਡੇ ਕੋਲ ਆਉਂਦੇ ਜਾਂਦੇ ਸੀ ਉਹ ਬਦਲਦੇ ਰਹਿੰਦੇ ਸੀ। ਮੇਰਾ ਨਾਲ ਤਾਂ ਸ਼ੁਰੂ ਤੋਂ ਸੀ ਇਹ ਦੇਖ ਲਿਆ ਵੀ ਸਾਡਾ ਉਸਤਾਦ ਇੱਧਰ। ਅੱਛਾ, ਤੇ ਤੁਸੀਂ ਮਤਲਬ ਮੇਘਰਾਜ ਨੂੰ ਆਪਣਾ ਉਸਤਾਦ ਮੰਨਦੇ ਹੋ ਤੇ ਉਹਦੇ ਰਾਹੀਂ ਇੱਧਰ ਹੋਏ ਹੋ ਹੈ ਨਾ? ਉਹ ਤਾਂ ਪ੍ਰਭਾਵਿਤ ਸੀ ਉਹਦੀ ਪੜ੍ਹਾਈ ਤੋਂ ਤਾਂ ਮੈਂ ਹੁਣ ਤੱਕ ਵੀ ਪ੍ਰਭਾਵਿਤ। ਅੱਛਾ ਉਹਦਾ ਪੜ੍ਹਾਇਆ ਬੱਚਾ ਫੇਲ ਨਹੀਂ ਹੁੰਦਾ। ਅੱਛਾ ਅੱਛਾ। ਇਹ ਅੰਤ ਤੱਕ ਨਹੀਂ ਰਹੀ। ਨਹੀਂ ਤੁਸੀਂ ਤਾਂ ਜਿਹੜੇ ਸੋਹੀ ਗਰੁੱਪ ਦੇ ਬੰਦੇ ਸੀ, ਤੁਸੀਂ ਉਹਨਾਂ ਨੂੰ ਕਦੇ ਮਤਲਬ ਦੂਸਰੇ ਧੜਿਆਂ ਬਾਰੇ ਪੁੱਛਿਆ ਨਹੀਂ ਵੀ ਯਾਰ ਕੀ ਮਤਭੇਦ ਆਪਾਂ ਇਹਨਾਂ ਨੂੰ ਦੂਰ ਕਰੀਏ? ਪਹਿਲੀ ਗੱਲ ਸਾਡਾ ਆਪ ਦਾ ਉਹਨਾਂ ਲੈਵਲ ਨਹੀਂ ਸੀ। ਹਾਂ। ਦੂਜੀ ਗੱਲ ਇਹਨਾਂ ਦਾ ਜਿਹੜੇ ਇਹ ਸੀਗੇ ਆਗੂ ਇਹਨਾਂ ਦਾ ਲੈਵਲ ਸਾਡੇ ਨਾਲ ਬਹੁਤ ਜ਼ਿਆਦਾ ਉੱਚਾ ਸੀ। ਇਸ ਵਾਸਤੇ ਉਹਨਾਂ ਨੂੰ ਗੱਲ ਕਰਨੀ ਜਾਂ ਹੁਣ ਕਰਨੀ ਇਹ ਨਹੀਂ ਸੀ। ਕੋਸ਼ਿਸ਼ ਹੀ ਨਹੀਂ ਹੋਈ ਕਦੇ? ਨਾ ਇਹ ਕੋਈ ਸਾਨੂੰ ਸੁਭਾਅ ਹੀ ਪਾਇਆ ਗਿਆ। ਤੇ ਉਹਨਾਂ ਨੇ ਸਿੱਖਿਅਤ ਵੀ ਨਹੀਂ ਕੀਤਾ ਤੁਸੀਂ ਮਤਲਬ ਪੜ੍ਹਨ ਦਾ ਜਾਂ ਲਿਖਣ ਦਾ ਜਾਂ ਕੁਐਸਚਨ ਕਰਨ ਦਾ ਇਹ ਉਸ ਗਰੁੱਪ ਵਿੱਚ ਸੁਭਾਅ ਹੀ ਨਹੀਂ ਪਾਇਆ। ਸੁਭਾਅ ਹੀ ਨਹੀਂ ਪਾਇਆ। ਉਹ ਤਾਂ ਜੈਸਮੈਨ ਨੂੰ ਜਿਵੇਂ ਹੁੰਦਾ ਹੈਗਾ ਹਾਂ ਬਸ ਉਹ ਸਾਰਾ ਕੱਢ ਜੈਸਮੈਨ ਸੀ। ਅੱਛਾ, 76 ਦੇ ਵਿੱਚ ਜਿਵੇਂ ਮੈਂ ਕਹਿ ਰਿਹਾ ਸੀ ਵੀ ਐਮਰਜੈਂਸੀ ਲੱਗੀ ਹੈ, ਮਤਲਬ ਜਿਹੜੇ ਇਹਨਾਂ ਨੇ ਵਿਰੋਧ ਕਰਤਾ ਤੇ ACPI ਵਾਲਿਆਂ ਨੇ ਉਹਦੇ ਪੱਖ ਦੇ ਵਿੱਚ ਬੋਲਿਆ ਕਿ ਸੀ ਮਤਲਬ ਐਮਰਜੈਂਸੀ 77 ਦੇ ਵਿੱਚ ਹੀ ਆ ਕੇ 78 ਦੇ ਵਿੱਚ 78 ਦੇ ਵਿੱਚ ਆ ਕੇ ਮਤਲਬ ਜਨਤਾ ਦਲ ਦੀ ਸਰਕਾਰ ਬਣਦੀ ਹੈ। ਉਦੋਂ ਜਿਹੜੇ ਨਕਸਲਾਈਟ ਫੜੇ ਹੋਏ ਸੀਗੇ ਉਹਨਾਂ ਨੂੰ ਵੀ ਸਿਆਸੀ ਕੈਦੀ ਕਹਿ ਕੇ ਇਹਨੂੰ ਛੱਡਿਆ ਗਿਆ ਹੈ। ਤਾਂ ਉਦੋਂ ਫਿਰ ਕੁਝ ਜਿਹੜੇ ਹੈਗੇ ਨੇ ਓਪਨ ਵੀ ਹੋਏ ਹੈ ਨਾ। ਅਤੇ ਉਸ ਸਮੇਂ ਮਤਲਬ ਤੁਹਾਡੀ ਕੀ ਪਹੁੰਚ ਸੀਗੀ ਜਾਂ ਤੁਸੀਂ ਉਸ ਸਮੇਂ ਨੂੰ ਕਿਵੇਂ ਦੇਖਿਆ? ਜਿਹੜੇ ਬੰਦੇ ਉਹ ਇੱਕ ਸੱਤਿਆ ਨਾਰਾਇਣ ਦਾ ਧੜਾ ਸੀਗਾ, ਜਿਹੜੇ ਮਤਲਬ ਜਿਨ੍ਹਾਂ ਨੇ ਜਿਵੇਂ ਹਾਪਾ ਸਮਾਂ ਹੋ ਰਹੀ ਸੀ, ਜਿਨ੍ਹਾਂ ਨੇ ਗੱਲ ਕਹੀ ਸੀ ਵੀ ਮਤਲਬ ਅਸੀਂ ਆਪਣੀ ਭਾਰਤੀ ਸੰਵਿਧਾਨ ਦੇ ਵਿੱਚ ਵਿਸ਼ਵਾਸ ਕਰਾਂਗੇ, ਹਥਿਆਰਾਂ ਨੂੰ ਅਲਵਿਦਾ ਕਿਹਾ ਹੈ ਨਾ, ਬਾਹਰ ਆਏ। ਤਾਂ ਇਸ ਚੀਜ਼ ਨੂੰ ਤੁਸੀਂ ਕੋਈ ਸਪੈਸ਼ਲੀ ਆਪਣੀ ਨਜ਼ਰੀ ਤੋਂ ਦੇਖਿਆ ਹੋਵੇ ਵੀ ਉਹਨਾਂ ਨੇ ਹਥਿਆਰ ਛੱਡ ਦਿੱਤੇ ਜਾਂ ਇਹ ਸੋਚਿਆ ਹੋਵੇ ਵੀ ਸੋਹੀ ਠੀਕ ਸੀਗਾ, ਪਹਿਲੀ ਉਹਨੇ ਹਥਿਆਰਾਂ ਤੋਂ ਕਹਿੰਦਾ ਸੀਗਾ ਵੀ ਹੁਣ ਵੀ ਤਾਂ ਛੱਡੇ ਨਹੀਂ? ਐਕਸ਼ਨ ਨੂੰ ਤਾਂ ਅਸੀਂ ਸ਼ੁਰੂ ਤੋਂ ਹੀ ਮਤਲਬ ਭਗੌੜਾ ਹੋ ਗਏ ਜਦੋਂ ਬਾਹਰ ਸੱਤਿਆ ਨਾਰਾਇਣ ਸ਼ੁਰੂ ਤੋਂ। ਅੱਛਾ, ਚਾਹੇ ਉਹਨਾਂ ਲੀਡਰਸ਼ਿਪ ਦਾ ਪ੍ਰਭਾਵ ਕਹਿ ਲਓ ਸਾਡੀ ਦਾ ਹਾਂ ਵੀ ਜਾਂ ਇਹਨਾਂ ਨੇ ਜੋ ਸਾਨੂੰ ਐਜੂਕੇਟ ਕੀਤਾ ਜਾਂ ਜੋ ਅਸੀਂ ਦੇਖਿਆ ਹਾਂ ਉਹ ਤੇ ਸਾਨੂੰ ਨਹੀਂ ਰਿਹਾ ਵੀ ਇਹ ਹੁਣ ਕੋਈ ਲੈਫਟਿਸਟ ਨੂੰ ਰਿਪਰੈਜ਼ੈਂਟ ਕਰਦਾ। ਹਾਂ ਇਹ ਨਹੀਂ ਉਹਦੇ ਬਾਰੇ ਅੱਛਾ, ਕੋਈ ਵੀ ਉਹਦੇ ਨਾਲ ਗਿਆ। ਤੁਸੀਂ ਉਹਨੂੰ ਸੋਧਵਾਦੀ ਵੀ ਮੰਨਿਆ? ਉਹਨੂੰ ਅਸੀਂ ਸੋਚੋ ਜੀ। ਅੱਛਾ, ਸਮੇਤ ਹਾਪਾ ਸਮਾਂ ਉਹਦੇ ਜੋ ਵੀ ਸੀ ਸੀਗਾ ਜਿਹੜੇ ਇਹ ਹਥਿਆਰ ਛੱਡ ਕੇ ਆਏ ਉਹ ਚੀਜ਼ ਮਾਫੀ ਜਿਹਨੂੰ ਮਾਫੀ ਵੀ ਕਿਹਾ ਗਿਆ ਦੂਜੇ ਸ਼ਬਦਾਂ 'ਚ ਜਿਹੜੀ ਮੰਗੀ। ਹੁਣ ਜਿਹੜੇ ਨਹੀਂ ਉਹ ਕਈ ਐਮਰਜੈਂਸੀ ਤੋਂ ਉਹ ਵੀ ਬਾਹਰ ਆਏ ਹਾਂ ਨਹੀਂ ਮਾਫੀ ਮੰਗੀ ਉਹਨਾਂ ਨੇ ਕੁਛ ਨਹੀਂ ਕੀਤਾ। ਹਾਂ ਵੈਸੇ ਬਾਹਰ ਆ ਗਏ ਆਪਣੀ ਰੂਟੀਨ 'ਚ ਹਾਂ ਕਾਨੂੰਨੀ ਤੌਰ ਤੇ ਜਿੰਨੇ ਕਾ ਸਕਦਾ ਸੀ ਹਾਂ ਉਹ ਵੱਖਰੀ ਗੱਲ ਸੀ। ਹਾਂ ਪਰ ਇਹ ਤਾਂ ਸਿੱਧੀਆਂ ਮਾਫੀਆਂ ਹੋ ਗਈਆਂ ਵੀ ਅਸੀਂ ਆਹ ਮੰਨਾਂਗੇ ਆਹ ਮੰਨਾਂਗੇ ਆਹ ਮੰਨਾਂਗੇ ਤੇ ਭਾਰਤੀ ਸੰਵਿਧਾਨ ਨੂੰ ਵਿਸ਼ਵਾਸ ਕਰਾਵਾਂਗੇ, ਚੋਣਾਂ ਲੜਾਂਗੇ। ਅੱਛਾ, ਚਲ ਚੋਣਾਂ ਲੜਨਾ ਤਾਂ ਦੇਖੋ ਮੈਂ ਹੁਣ ਕਿਉਂਕਿ ਮੈਂ ਤਾਂ ਕਿਸੇ ਪਾਰਟੀ 'ਚ ਹੈ ਨਹੀਂ, ਚੋਣਾਂ ਲੜਨ ਨੂੰ ਮੈਂ ਉਹਨੂੰ ਗਲਤ ਨਹੀਂ ਸਮਝਦਾ ਕਿਉਂਕਿ ਇਹ ਤਾਂ ਸਾਡੇ ਨਾਲ ਜਨੂਨ ਭੜਕਾਤਾ ਹੈ ਵੀ ਚੋਣ ਲੜਨ ਦਾ ਲਫ਼ਜ਼ ਵਰਤਿਆ ਨਹੀਂ ਤੇ ਸੋਧਵਾਦੀ ਕਿਹਾ। ਅੱਛਾ, ਇਹ ਤਾਂ ਮੈਂ ਇਹਨੂੰ ਜਨੂਨ ਕਹਿੰਦਾ ਵੀ ਦੇਖੋ ਇੱਕ ਹੁੰਦਾ ਨਾਲੇ ਦੋ ਕਿਸਮ ਹੁੰਦੇ, ਇੱਕ ਟੈਕਟੀਕਲ ਇੱਕ ਸਟ੍ਰੈਟਜੀਕਲ। ਸਟ੍ਰੈਟਜੀਕਲ ਨਾਲ ਆ ਜਾਂਦਾ ਵੀ ਅਸੀਂ ਆਹ ਰੈਵੋਲੂਸ਼ਨ ਲਿਆਉਣਾ। ਟੈਕਟੀਕਲ ਨਾਲ ਇਹ ਥੋੜ੍ਹਾ ਵੀ ਚੋਣਾਂ ਨਹੀਂ ਲੜਨੀਆਂ, ਇਹ ਕਿੱਥੇ ਯੁੱਧ ਨਹੀਂ ਚੁਣਾ ਰਹੇ ਕਦੋਂ ਇਹਦਾ ਕਾਮਰੇਡ ਲੈਣੇ ਨੇ ਵੀ ਮੈਂ ਵੀ ਇਸੇ ਇੱਕ ਗੱਲ ਨੂੰ ਕਹਿ ਕੇ ਕਿਸੇ ਨੂੰ ਸੋਧਵਾਦੀ ਕਹਿ ਦੇਣਾ ਜਾਂ ਕਿਸੇ ਨੂੰ ਇਨਕਲਾਬੀ ਕਹਿ ਦੇਣਾ ਵੀ ਜਾਂ ਕਿਸੇ ਨੂੰ ਇਨਕਲਾਬੀ ਕਹਿ ਦੇਣਾ ਵੀ ਜੇ ਕਿਸੇ ਨੂੰ ਇਲੈਕਸ਼ਨ ਨਹੀਂ ਲੜੀ।
ਵੈਸੇ ਤਾਂ ਬਹੁਤ ਬੰਦੇ ਰਹੇ ਜੀ ਜਿਹੜੇ ਆਪਦੇ ਤੋਂ ਉੱਤੇ ਨਹੀਂ ਵੋਟ ਪਾਉਂਦੇ, ਉਹਨੂੰ ਅਸੀਂ ਕਹਿੰਦੇ ਲੈ ਨਾ ਇਹਦਾ ਪ੍ਰੈਕਟਿਸ 'ਚ ਕਦੇ ਸਿੱਧਾ ਨਿਕਲਿਆ ਹੁਣ ਤੱਕ ਜੋ ਸਾਡੀ ਉਮਰ ਵਾਸਤੇ ਚੱਲਦਾ। ਹੁਣ ਕਿੰਨੀਆਂ ਤਰ੍ਹਾਂ ਤੋਂ ਬਾਈਕਾਟ ਕਰਾਓ, ਕਿਉਂਕਿ ਜਦੋਂ ਅਸੀਂ ਕਹਿੰਦੇ ਵੀ ਆ ਬੱਸ ਰੋਕ, ਤੇ ਜੇ ਕੋਈ ਬੱਸ ਰੋਕਦਾ ਹੀ ਨਹੀਂ ਫਿਰ ਮੇਰਾ ਉਹ ਨਾਰਾ ਦੇਣ ਦਾ ਕੀ ਫਾਇਦਾ ਹੈ। ਉਹ ਸਾਨੂੰ ਇਹ ਤਾਂ ਸੋਚਣਾ ਚਾਹੀਦਾ ਵੀ ਸਾਡਾ ਇੰਨੇ ਸਾਲਾਂ ਤੋਂ ਲੱਗਿਆ ਨੂੰ ਹੋ ਗਿਆ ਵੀ ਚੋਣਾਂ ਦੀ ਕੁਛ ਨਹੀਂ, ਚਲੋ ਠੀਕ ਕਹੀ ਜਾਓ, ਚੋਣ ਬਾਈਕਾਟ ਦਾ ਨਾਰਾ ਦਿੰਦੇ ਨੂੰ ਹੋ ਗਿਆ ਵੀ ਜੋ ਪ੍ਰਾਪਤੀ ਦਿਖਾਓ 5% ਵੀ ਨਹੀਂ। ਕਿਸੇ ਇਲਾਕੇ ਤੋਂ ਭਾੜ ਨੂੰ ਤੁਸੀਂ 75% ਤੱਕ ਤੋਂ ਮਿਲਦੀ ਨਹੀਂ ਵੀ ਬਾਈਕਾਟ ਕਰਦਾ। ਫਿਰ ਉਹ ਐਕਸ਼ਨ ਸਲੋਗਨ ਕਿਵੇਂ ਰਹਿ ਗਏ? ਆਹੋ ਸਾਡੇ ਕਹੇ ਤੁਸੀਂ ਬਾਈਕਾਟ ਕਰਤਾ ਰਿਹਾ ਨੇ, ਉਹ ਫਿਰ ਉਹਦਾ ਫਾਇਦਾ ਕੀ? ਇਹਦਾ ਮਤਲਬ ਜ਼ਿਆਦਾ ਜਨਤਾ ਨੂੰ ਅਸੀਂ ਸਮਝ ਨਹੀਂ ਸਕੇ, ਕਿਤੇ ਉਹਦੀਆਂ ਭਾਵਨਾਵਾਂ ਨਹੀਂ ਸਮਝ ਸਕੇ, ਲੋਕਾਂ ਦੇ ਅਸੀਂ ਕੰਮ ਕਿਵੇਂ ਕਰਨਾ ਇਹ ਨਹੀਂ ਸਾਨੂੰ ਸਮਝੇ। ਜਿਹੜੇ ਨਾਰੇ ਦਾ ਪ੍ਰੈਕਟੀਕਲੀ ਕੋਈ ਸਿੱਟਾ ਹੀ ਨਹੀਂ ਨਿਕਲ ਰਿਹਾ ਹਾਂ ਪੱਖੀ, ਉਹਨੂੰ ਲਾਉਣ ਦਾ ਕੀ ਫਾਇਦਾ? ਅੱਛਾ, ਨਕਸਲਾਈਟ ਮੂਵਮੈਂਟ ਜਿਹੜੀ ਕਿ ਉਹ ਜ਼ਮੀਨੀ ਸੁਧਾਰਾਂ ਨੂੰ ਲੈ ਕੇ ਚੱਲੀ ਸੀ, ਮਤਲਬ ਮੇਨ ਆਧਾਰ ਜ਼ਮੀਨੀ ਸੁਧਾਰ ਸੀਗਾ ਕਿ ਬੇਜ਼ਮੀਨਾਂ ਦੇ ਵਿੱਚ ਜ਼ਮੀਨ ਵੰਡਣੀ, ਜ਼ਮੀਨੀ ਕਬਜ਼ਾ ਕਹਿ ਲਓ ਜੀ, ਵੀ ਮਤਲਬ ਬੇਜ਼ਮੀਨਾਂ ਨੂੰ ਜ਼ਮੀਨ ਵੰਡਣੀ, ਜ਼ਮੀਨਦਾਰਾਂ ਤੋਂ ਖੋਹ ਕੇ ਵੰਡਣੀ ਹੈ ਨਾ। ਇਹਦੀ ਇੱਕ ਕੋਸ਼ਿਸ਼ ਸੁਭਾਅ ਦੇ ਵਿੱਚ ਹੋਈ ਸੀ, ਪਹਿਲਾ ਕਬਜ਼ਾ ਸੁਭਾਅ ਦੇ ਵਿੱਚ ਹੋਇਆ ਸੀ, ਆਪਾਂ ਸੁਭਾਅ ਦੀ ਅਗਵਾਈ ਦੇ ਵਿੱਚ। ਤੁਸੀਂ ਉਹਦੇ 'ਚ ਸ਼ਾਮਲ ਸੀ? ਤੁਸੀਂ ਉਸ ਐਕਸ਼ਨ ਨੂੰ ਕਿਵੇਂ ਲਿਆ ਸੀਗਾ ਵੀ ਠੀਕ ਕਰ ਰਹੇ ਨੇ ਜਾਂ ਗਲਤ ਕਰ ਰਹੇ? ਸਾਨੂੰ ਤਾਂ ਦੇਖੋ ਸਾਰੀ ਲਹਿਰ ਹੀ ਚੰਗੀ ਲੱਗਦੀ ਉਦੋਂ, ਅਸੀਂ ਕਿਉਂਕਿ ਨੌਜਵਾਨੀ ਦੀ ਉਮਰ ਸੀ। ਇਹ ਜਿੰਨੀ ਮੂਵਮੈਂਟ ਉੱਠੀ ਨਹੀਂ, ਤੁਸੀਂ ਮੇਰੇ ਕਹਿਣ ਦਾ ਮਤਲਬ ਕੰਮ ਕੀ ਹੈ ਵੀ ਤੁਸੀਂ ਸੋਹੀ ਗਰੁੱਪ 'ਚ ਸੀਗੇ? ਨਹੀਂ, ਉਦੋਂ ਮੈਂ ਸੋਹੀ ਗਰੁੱਪ 'ਚ ਹੀ ਨਹੀਂ ਸੀ। ਅੱਛਾ, ਜਦੋਂ ਸ਼ੁਰੂਆਤ ਇਹਨਾਂ ਨੇ ਕੀਤਾ ਨਾ, ਅਸੀਂ ਮਾਨਸਾ ਸੀ, ਅਸੀਂ ਤਾਂ ਮਾਨਸਾ ਤੋਂ ਪ੍ਰਭਾਵਿਤ। ਅੱਛਾ, ਮਾਨਸਾ ਸਾਰਾ ਕਾਮਰੇਡ ਚੰਗੀ ਹੁੰਦਾ ਸੀ, ਲਈ ਸੀ ਹੱਥ ਮੋਰੇ ਨੇ ਸਾਰੀ ਬਸ ਸਾਰਾ ਏਰੀਆ। ਤੇ ਮਾਨਸਾ ਤੁਹਾਨੂੰ ਕੋਈ ਖਾਸ ਬੰਦਾ ਮਿਲਦਾ ਰਹਿੰਦਾ? ਨਹੀਂ, ਉਹ ਨਹੀਂ ਪਾਰਟੀਕੂਲਰ ਆਹ ਬੰਦਾ ਮਿਲਦਾ ਹੋਵੇਗਾ, ਇਹ ਪਾਰਟੀ ਦੀ ਵੀ ਹਵਾ ਸੀ, ਹਵਾ ਸੀ ਜਿਹੜੀ ਅਸੀਂ ਉਹ ਤੋਂ ਪੂਰੇ ਪ੍ਰਭਾਵਿਤ, ਜਿਹੜੀ ਅਸੀਂ ਦਿਲੋਂ ਉਹਨੂੰ ਠੀਕ ਸਮਝਦੇ। ਤੇ ਜਿਹੜੀਆਂ ਲੋਕਾਂ ਤੋਂ ਤੁਸੀਂ ਸੁਣਦੇ ਸੀ ਉਦੋਂ ਜ਼ਿਆਦਾਤਰ ਉੱਥੇ ਤੁਸੀਂ ਕਿਹਦਾ ਨਾਂ ਸੁਣਦੇ ਹੁੰਦੇ ਸੀ ਵੀ ਕੌਣ ਚਲਾ ਰਿਹਾ ਹੈ? ਉਦੋਂ ਨਾਂ ਦੇ ਤਾਂ ਉੱਤੇ ਹਾਕਮ ਸਾਹਿਬ ਬਣਿਆ। ਹਾਂ, ਬਸ ਐਂ ਹੁੰਦਾ ਸੀ ਵੀ ਨਕਸਲੀ ਹੈ। ਉਦੋਂ ਜ਼ਿਆਦਾ ਇੱਕ ਉਹ ਰਣਜੀਤ ਪੀਟੀ ਨੰਗਲ ਵਾਲਾ ਸ਼ਹੀਦ ਹੋ ਗਿਆ ਸੀ। ਸ਼ਹੀਦ ਹੋ ਗਿਆ, ਹਾਂ, ਜਵਾਰਕੇ ਪੁਲ ਤੋਂ ਚੱਕ ਲਿਆ ਸੀ। ਹਾਂ, ਉਹਨੂੰ ਚੱਕ ਲਿਆ ਸੀ ਉੱਥੋਂ ਟੈਂਪੂ ਤੋਂ ਲਾ ਕੇ। ਹਰਨੇਕ ਹੁੰਦਾ ਸੀ ਸਰਦੂਲਗੜ੍ਹ ਵਾਲਾ ਸਰਪੰਚ, ਉਹ ਕਦੇ ਉਹ ਆਪਦੇ ਕੇਸਾਂ 'ਚ ਆ ਜਾਂਦੇ। ਇੱਥੇ ਵਕੀਲ ਸਾਹਿਬ ਹੁੰਦੇ ਸੀ ਇੰਦਰਜੀਤ ਜੀ, ਉਹ ਉਹਨਾਂ ਕੋਲ ਬੈਠੇ ਹੁੰਦੇ, ਜਾਂ ਅਸੀਂ ਉਹਨਾਂ ਕੋਲ ਬਹਿ ਜਾਣਾ ਹੁੰਦੇ ਸੀ ਗੱਲਾਂ ਜਨਰਲੀ। ਉਹ ਜਿਹੜੀ ਜਿਵੇਂ ਆਪਣੇ ਅੱਤ ਜੀ ਹੁੰਦੀ ਹੈ ਇੱਕ, ਇਸ ਪੱਧਰ 'ਤੇ ਹੈ। ਨਹੀਂ, ਤੁਸੀਂ ਸੋਹੀ ਧੜੇ ਤੇ ਇਹ ਗੱਲ ਰੱਖੀ ਨਹੀਂ ਸੀ ਵੀ ਦੇਖੋ ਉਹਨਾਂ ਨੇ ਜ਼ਮੀਨ ਤੇ ਕਬਜ਼ਾ ਉੱਥੇ ਕੀਤਾ, ਆਪਾਂ ਵੀ ਕਿਤੇ ਕਰੀਏ, ਜਾਂ ਉਹਨਾਂ ਨੇ ਠੀਕ ਕੀਤਾ ਜਾਂ ਗਲਤ ਕੀਤਾ? ਇੱਥੇ ਤਾਂ ਉਹ ਲਾਈਨ ਦਾ ਮਤਲਬ ਹੀ ਨਹੀਂ ਸੀ, ਜ਼ਿਕਰ ਵੀ ਨਹੀਂ ਕਰ ਲੈਂਦੇ। ਅੱਛਾ, ਹਾਂ ਨਾ, ਬਹੁਤ ਸੱਚੀ। ਅੱਛਾ, ਕੰਮ ਕਿਉਂਕਿ ਸਾਡੇ ਜਿੱਥੇ ਜਿਹੜਾ ਇਹਦਾ ਅਸੀਂ ਨੇ ਨਕਸਲਾਈਟ ਦਾ ਦੌਰ ਦੇਖਿਆ ਪੰਜਾਬ ਨੇ, ਉੱਥੇ ਖਾਲਿਸਤਾਨ ਦਾ ਦੌਰ ਵੀ ਦੇਖਿਆ। ਤਾਂ ਖਾਲਿਸਤਾਨ ਦੇ ਦੌਰ ਦੇ ਸਮੇਂ ਨੂੰ ਤੁਸੀਂ ਕਾਮਰੇਡਾਂ ਦਾ ਤੇ ਜਿਹੜੀ ਖਾਲਿਸਤਾਨੀ ਦਾ ਕਿਸੇ ਸਮੇਂ ਟਕਰਾਅ ਆਇਆ ਹੋਵੇ ਜਾਂ ਉਹਨੂੰ ਕਿਵੇਂ ਦੇਖਿਆ ਤੁਸੀਂ? ਨਹੀਂ, ਟਕਰਾਅ ਅਸੀਂ ਜਿੱਥੋਂ ਤੱਕ ਦੇਖਿਆ ਵੀ ਜਿਹੜੀ ਦਰਸ਼ਨ ਖਟਕੜ ਦਾ ਗਰੁੱਪ ਹੈ, ਉਹਨਾਂ ਨੇ ਤਾਂ ਟੱਕਰ ਲਈ ਹੈ ਸਿੱਧੀ। ਦਰਸ਼ਨ ਖਟਕੜ ਦੇ ਗਰੁੱਪ ਨੇ, ਤੇ ਹੋਰ ਕਿਸੇ ਗਰੁੱਪ ਨੇ ਉਸ ਨੂੰ ਕਿਆ ਟੱਕਰ ਲਈ ਹੋਵੇ ਜਾਂ ਲਲਕਾਰਿਆ ਹੋਵੇ, ਉਹ ਠੀਕ ਹੈ। ਸਾਡਾ ਇਹ ਸੁਨੇਹਾ ਤਾਂ ਸਾਨੂੰ ਪਰਸਨਲੀ ਵੀ ਆਈ ਸੀ, ਮੈਨੂੰ ਵੀ ਉਹਨਾਂ ਦੀ ਗਿਆ ਵੀ ਹਮਾਰਾ ਹਲਵਾਰਾ ਦੇ ਹਮਾਰਾ ਬੰਦਾ ਜੀ ਇਹਨਾਂ ਲੋਕਾਂ ਉੱਥੇ ਗਿਆ। ਚਲੋ ਉਹ ਤਾਂ ਵੀ ਅਚਾਨਕ ਵੱਜ ਕੇ ਆਏ ਨੇ ਵੀ ਪੰਜਾਬੀ ਹੁਸ਼ਿਆਰੀ ਦਾ ਉਹਦੇ ਰੇਕੀ ਨਹੀਂ ਕੀਤੀ ਸੀ ਕਿਵੇਂ ਫਿਰ ਘਰੇ ਵੀ ਕਰਨੀ ਉਹ ਜਿਹੜੀ ਮਤਲਬ ਨੈਚੁਰਲੀ ਜਿਹਨੂੰ ਕਹਿੰਦੀ ਹੈ ਬਣਦੇ ਨੇ, ਉਹ ਮੁਕਾਬਲੇ ਦੇ ਤੌਰ 'ਤੇ ਨਾ ਤਾਂ ਹੋਇਆ ਨਾ ਇਹ ਇਸ ਗਰੁੱਪ ਦੀ। ਚਲੋ ਉਦੋਂ ਤਾਂ ਅਸੀਂ ਇਸ ਗਰੁੱਪ 'ਚ ਵੀ ਨਿਕਲ ਗਏ ਸੀ, ਅਸੀਂ ਘਰੇ ਬੈਠੇ, ਪਰ ਅਸੀਂ ਇਹਨਾਂ ਨੂੰ ਜ਼ਰੂਰ ਕਹਿੰਦੇ ਸੀ ਵੀ ਤੁਸੀਂ ਜੇ ਇਹਨਾਂ ਨਾਲ ਟੱਕਰ ਲੈਣੀ ਹੈ ਤਾਂ ਤੁਸੀਂ ਬਰਾਬਰ ਦੇ ਲਓ। ਆਏ ਨਹੀਂ ਜਿਵੇਂ ਤੁਸੀਂ ਕਰਦੇ ਦੋ ਵਾਲੀ ਰੇਡੀਓ ਬਰਾਬਰ ਦੇ ਤੇ ਵੀ ਇਹਨਾਂ ਨੂੰ ਟੱਕਰ, ਪਰ ਇਹ ਉਹ ਇਸ ਲਾਈਨ 'ਤੇ ਅੰਤ ਨੂੰ ਸੀੜੇ ਵਾਲਾ ਕੰਮ ਕਰਦਾ। ਸੀੜੇ ਵਾਲਾ ਕੰਮ ਸੀ
ਕੀ ਸੀਗਾ ਇਸ ਵੇਲੇ ਨਾਲ? ਇਹ ਵਿਰੋਧ ਕਰਦੇ ਸੀ ਇਹਨਾਂ ਵੱਲੋਂ ਆਏ ਮਤਲਬ ਤੁਹਾਡਾ ਰੇਡੀਆ ਕਰਨੇ ਮੁਜ਼ਾਹਰੇ ਕਰਨੇ ਹੋਰ ਤੇ ਲੋਕ ਭਾਸ਼ਾ ਵੱਲੋਂ ਜਾਂ ਦੇਸ਼ ਮਜ਼ਦੂਰਾਂ ਵੱਲੋਂ ਉਹ ਸੇਵਾ ਵਾਲੇ ਕਰਦੇ ਸੀ ਉਹ ਇਕੱਠ ਜਾ ਕੇ ਉਹਨਾਂ ਨੂੰ ਦਾਸ ਸ਼ਹੀਦ ਕੀਤੇ ਖਾਲਸਾਨੀਆਂ ਨੇ ਵਿੱਚ ਆ ਕੇ ਵਿੱਚ ਇਕੱਠ ਦੇ ਵਿੱਚ ਆ ਕੇ ਜਿਹੜਾ ਰੈਲੀ ਦੇ ਵਿੱਚ ਆ ਕੇ ਗੋਲੀ ਚਲਾ ਕੇ ਹਾਂ 10 ਜਣੇ ਮਾਰੇ ਦੱਸ ਦਿਓ। ਤੇ ਕੋਈ ਮਤਲਬ ਕੋਈ ਸਪੈਸ਼ਲ ਬੰਦੇ ਦਾ ਨਾਮ ਵੀ ਉਹਦੀ ਅਗਵਾਈ ਚ ਆ ਕੇ ਸ਼ਾਮਲ ਹੋਏ ਸੀ। ਨਹੀਂ ਇਹ ਉਹ ਖਾਸ ਤਾਂ ਨਹੀਂ ਪਤਾ ਕਿਉਂਕਿ ਆਪਾਂ ਨੂੰ ਕੋਈ ਜਾਣਕਾਰੀ ਨਹੀਂ ਸੀ। ਅੱਛਾ ਹਾਂ ਬਸ ਇਹਨਾਂ ਪਤਾ ਵੀ ਅੱਤਵਾਦੀ ਕਿਸਮ ਦੇ ਬੰਦੇ ਆਏ ਉਹਨਾਂ ਨੇ ਆ ਕੇ ਕਰਤਾ ਹਾਂ ਕਿਉਂਕਿ 10 ਬੰਦੇ ਪਰ ਮਾਰੇ ਗਏ। ਦੱਸ ਦਿਓ। ਅੱਛਾ ਅੱਛਾ ਉਹ ਪਰ ਕਿਉਂਕਿ ਅਸੀਂ ਇਹਨਾਂ ਨੂੰ ਪਹਿਲਾਂ ਕਹਿੰਦੇ ਸੀ ਵੀ ਹੋਊਗਾ ਇਹ ਮੰਨਦੇ ਨਹੀਂ ਸੀ। ਅੱਛਾ ਕਾਰਨ ਮਤਲਬ 90 ਦੇ ਵਿੱਚ ਜਾ ਕੇ ਜਿਹੜਾ 90-91 ਚ ਜਾ ਕੇ IPF ਬਣਿਆ ਸੀਗਾ ਇੰਡੀਅਨ ਪੀਪਲ ਫਰੰਟ ਤੇ ਇੰਡੀਅਨ ਪੀਪਲ ਫਰੰਟ ਦੇ ਵਿੱਚ ਤੁਸੀਂ ਰਹੇ ਜਾਂ ਨਾ ਰਹੇ? ਨਹੀਂ ਨਹੀਂ ਤੁਹਾਡੇ ਤੱਕ ਪਹੁੰਚ ਵੀ ਨਹੀਂ ਕੀਤੀ ਗਈ? ਨਾ ਪਹੁੰਚ ਵੀ ਨਹੀਂ ਕੀਤੀ ਤੁਸੀਂ ਆਪ ਵੀ ਨਹੀਂ ਗਏ? ਨਾ ਜੀ। ਅੱਛਾ ਚੋਣਾਂ ਨੂੰ ਲੈ ਕੇ ਮਤਲਬ ਕਿਉਂਕਿ ਖਾਲੇ 92 ਵਿੱਚ ਜਦੋਂ ਚੋਣਾਂ ਹੋਈਆਂ ਨੇ ਗੀਆਂ ਖਾਲਸਾਨੀਆਂ ਵੱਲੋਂ ਬਾਈਕਾਟ ਦੱਸਦਾ ਸੀਗਾ ਤੇ ਤੁਹਾਡਾ ਚੋਣਾਂ ਨੂੰ ਲੈ ਕੇ ਕੀ ਸੀਗਾ? ਤੇ ਚੋਣਾਂ ਦਾ ਅਸੀਂ ਤਾਂ ਦੇਖੋ ਚੋਣ ਨੂੰ ਮੈਂ ਤਾਂ ਕੋਈ ਗਲਤ ਸਮਝਦਾ ਨਹੀਂ। ਨਹੀਂ ਉਸ ਸਮੇਂ ਕੀ ਸੀਗਾ? ਉਦੋਂ ਚੋਣਾਂ ਚ ਲਿਆ ਹੈ ਸਰ। ਅੱਛਾ ਤੁਸੀਂ ਹਿੱਸਾ ਲਿਆ ਕਿੱਥੋਂ ਲਿਆ ਜੀ? ਅਸੀਂ ਆਏ ਨਹੀਂ ਵੀ ਕੋਈ ਕੈਂਡੀਡੇਟ ਖੜਾ ਕਰਕੇ ਕਿਉਂਕਿ ਮੈਂ ਤਾਂ ਘਰੇ ਹੀ ਬੈਠਾ ਸੀ ਉਦੋਂ ਹਾਂ ਪਰ ਅਸੀਂ ਵੋਟ ਨਹੀਂ ਪਾਈ। ਵੋਟ ਪਾਤੀ। ਹਾਂ, ਉਹ ਵੀ ਇਸ ਪੱਖ ਤੋਂ ਵੀ ਅਸੀਂ ਤੁਹਾਡਾ ਇਹ ਡਿਕਟੇਟਰਸ਼ਿਪ ਨਹੀਂ ਮੰਨਦੇ ਹਾਂ ਵੋਟ ਪਾਈ ਹਾਂ ਉਹ ਨੇਤੇ ਨੂੰ ਘਰ ਆ ਰਹੇ ਨੇ ਵੋਟ ਸਿਸਟਮ ਵਿੱਚ ਭਾਗ ਲਿਆ ਜਾਂਦਾ ਕਾਲ ਤੇ ਅੱਜ ਵੀ ਤੁਸੀਂ ਇਹ ਮੰਨਦੇ ਹੋ ਵੀ ਮਤਲਬ ਚੋਣਾਂ ਲੜਨੀਆਂ ਨਾ ਲੜਨੀਆਂ ਕੋਈ ਇਨਕਲਾਬੀ ਨਹੀਂ ਕਰਨੀ? ਨਹੀਂ ਇਹ ਕੋਈ ਇਹ ਪੈਮਾਨਾ ਨਹੀਂ। ਇਹ ਪੈਮਾਨਾ ਨਹੀਂ। ਹਾਂ ਅੱਛਾ ਅੱਛਾ ਕਾਵੜ ਅਜੋਕੇ ਸਮੇਂ ਜਿਹੜਾ ਹੈਗਾ ਕਾਮਰੇਡ ਇੱਕ ਨਾਰਾ ਲਾਉਣ ਲੱਗ ਗਏ ਜੈ ਭੀਮ ਜੈ ਲਾਲ ਸਲਾਮ। ਤੇ ਮੈਂ ਤਾਂ ਨਹੀਂ ਜੈ ਭੀਮ ਲਾਲ ਸਲਾਮ ਨਾਰਾ ਲਾਉਣ ਲੱਗ ਹਾਂ ਗਏ। ਹਾਂ ਮਤਲਬ ਤੁਹਾਨੂੰ ਕਿਵੇਂ ਲੱਗਦਾ ਹੈ? ਅਸਲ ਤੇ ਇਹ ਤਾਂ ਸਾਡੀ ਆਪ ਦੀ ਕਮਜ਼ੋਰੀ ਹੈ ਵੀ ਸਾਥੋਂ ਆਪ ਦਾ ਤਾਂ ਜਿਹੜਾ ਵਿਚਾਰਧਾਰਾ ਦੀ ਪ੍ਰੋਜੈਕਟ ਹੋਈ ਹਾਂ ਉਹਦੇ ਅਨੁਸਾਰ ਸਿੱਟੇ ਨਹੀਂ ਨਿਕਲੇ ਹਾਂ ਜਾਂ ਸਾਡੀਆਂ ਲਾਲਸਾਵਾਂ ਵੱਧ ਹੋ ਸਕਦੀਆਂ ਹਾਂ ਤੇ ਹੁਣ ਸਾਨੂੰ ਉਹਨਾਂ ਨੂੰ ਨਾਲ ਲੈਣ ਖਾਤਰ ਇੱਕ ਸੈਕਸ਼ਨ ਨੂੰ ਹਾਂ ਇਹ ਜਾਣਾ ਲਾਉਣਾ ਪਿਆ। ਹਾਂ ਐਂਦਾ ਉਹ ਗੁਰੂ ਨਾਨਕ ਦੇਵ ਜੀ ਦਾ ਬਣਾਇਆ 550 ਗੱਲਾਂ ਹੁਣ ਗੁਰੂ ਨਾਨਕ ਦੇਵ ਜੀ ਨੇ ਆਪਦੇ ਸਮੇਂ ਸਮਾਜ ਸੁਧਾਰ ਠੀਕੇ ਵੱਡੇ ਚ ਨਹੀਂ ਰੋਆ ਨਹੀਂ ਦੋ ਰਾਏ ਅਸੀਂ ਵੀ ਸਮਝਦੇ ਹਾਂ ਪਰ ਹੁਣ ਅੱਜ ਦੇ ਇਹ ਸਮੇਂ 'ਚ ਜੋ ਉਹਨਾਂ ਦੀ ਵਿਚਾਰਧਾਰਾ ਲਾਗੂ ਕਰੋ ਕਰੋ ਇਹ ਹੋ ਹੀ ਨਹੀਂ ਸਕਦੀ। ਫਿਰ ਤੁਸੀਂ ਮਾਰਕਸਵਾਦ ਨੂੰ ਛੱਡ ਦਿਓ ਉਹਨੂੰ ਅਪਣਾ ਲਓ। ਅੱਛਾ ਜਿਹੜਾ ਅੰਬੇਦਕਰ ਦੀ ਜਿਹੜੀ ਲੜਾਈ ਸੀ ਜਿਵੇਂ ਆਪਾਂ ਕਹਿੰਦੇ ਕਿ ਅੱਜ ਮਾਰਕਸਵਾਦ ਦੀ ਜ਼ਰੂਰਤ ਹੈ ਤੁਹਾਨੂੰ ਲੱਗਦਾ ਵੀ ਅੰਬੇਦਕਰ ਤੇ ਮਾਰਕਸਵਾਦ ਦਾ ਸੁਮੇਲ ਹੋ ਸਕਦਾ ਹੈ? ਨਹੀਂ ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਸਵਾਲ ਹੀ ਨਹੀਂ। ਕਿਉਂਕਿ ਅੰਬੇਦਕਰ ਨੇ ਕੀਤਾ ਇਹੋ ਜਿਹਾ ਕੀ ਹੈ ਕਿਹੜਾ ਫਿਲਾਸਫੀ 'ਚ ਉਹਦੀ ਦੇਣ ਹੈ ਵੀ ਜਿਹੜੀ ਮਾਰਕਸ ਨਾਲ ਮੇਲ ਖਾਂਦੀ ਹੋਵੇ। ਇੱਕ ਵੀ ਉਹਦੀ ਫਿਲਾਸਫੀ ਨਹੀਂ ਹੈ ਪੋਲੀਟੀਕਲ ਰਾਜਨੀਤਿਕ ਆਰਥਿਕਤਾ ਨਹੀਂ ਉਹਦੀ ਇਹ ਉਹਦੀ ਰਾਜਨੀਤਿਕ ਆਰਥਿਕਤਾ ਤੇ ਇਹ ਕਹਿੰਦੀ ਹੈ ਵੀ ਜਿਹੜਾ ਕੈਪੀਟਲਿਜ਼ਮ ਹੈ ਇਹਨੂੰ ਲੈ ਆਓ ਸਥਾਪਿਤ ਰੱਖੋ ਖੁਦ ਸੰਵਿਧਾਨ ਸਾਰਾ ਇਹ ਕਹਿੰਦਾ ਨਿੱਜੀ ਪ੍ਰਾਪਰਟੀ ਦੇ ਆਧਾਰ ਤੇ ਖੜਾ ਯਾਨੀ ਇਹ ਮੇਲ ਨਹੀਂ ਇਹਦਾ ਇੱਕ ਸਾਡੀ ਨਾ ਵੀ ਜਿਵੇਂ ਅਸੀਂ ਤਿਲਕ ਜਾਣਾ ਹੁੰਦਾ ਵੀ ਇਹਨਾਂ ਨੂੰ ਚੱਲ ਨਾਲ ਲੈ ਲਈਏ ਆਏ ਅੱਛਾ ਇਹ ਇਸ ਤੋਂ ਨਿਕਲੀ ਵੀ ਗੱਲ ਹੈ। ਕਾਮਰੇਡਾਂ ਨੂੰ ਆਪਦੇ ਦਮ ਤੇ ਕਰਨਾ ਚਾਹੀਦਾ ਬਿਲਕੁਲ ਚਾਹੇ ਘੱਟ ਹੋਵੇ ਚਾਹੇ ਘੱਟ ਹੋਵੇ। ਅੱਛਾ ਕੋਈ ਇਹਨਾਂ ਨੂੰ ਬੇਨੋਬਲ ਕਰਨ ਦੇ ਹੋਰ ਬਹੁਤ ਢੰਗ ਹੋ ਸਕਦੇ ਆ ਹਾਂ ਵੀ ਇਹਨਾਂ ਦੇ ਮਸਲੇ ਉਠਾਓ ਇਹਨਾਂ ਦੇ ਕਰੋ। ਹੁਣ ਲਿਬਰੇਸ਼ਨ ਨਹੀਂ ਕੀਤਾ ਜਾਂਦਾ ਇੱਕ ਗੱਲ ਮੈਂ ਆਬਜੈਕਟਿਵ ਮੈਨੂੰ ਪਤਾ ਜਿਹੜੀ ਹਾਂ ਵੀ ਉੱਥੇ ਧਰਨਾ ਲਾਇਆ ਅਵਾਰਾ ਪਸ਼ੂਆਂ ਤੇ ਹਾਂ ਵੀ ਈਵਨ ਉਹ ਸੈਕਸ਼ਨ ਜਿਹੜਾ ਕਿ ਪਹਿਲਾਂ ਉਹਨਾਂ ਨੂੰ ਪੁੱਛ ਆਉਂਦਾ ਸੀ ਉਹ ਵੀ ਵਿੱਚ ਆ ਕੇ ਬੈਠੇ ਹਾਂ ਤੇ ਉਹਨਾਂ ਨੇ ਵੀ ਕਿਹਾ ਵੀ ਹਾਂ ਇਹਨਾਂ ਦਾ ਕੋਈ ਪ੍ਰਬੰਧ ਹੋਣਾ ਚਾਹੀਦਾ ਕੋਈ ਮਤਲਬ ਦਾ ਦੂਸਰੇ ਸਮੇਂ ਬਣਨੇ ਚਾਹੀਦੇ ਹਾਂ ਯਾਨੀ ਇਹ ਬੇਨੋਬਲ ਕਰਨ ਦੀ ਕੋਸ਼ਿਸ਼ ਹੈ। ਹਾਂ ਇਹ ਉਹਦਾ ਕਰਨਾ ਚਾਹੀਦਾ ਹਾਂ ਪਰ ਵੀ ਆਪਾਂ ਜਾ ਕੇ ਆਪਦੇ ਮਾਨਸਵਾਦ ਤੋਂ ਚੱਲ ਕੇ ਕੋਈ ਹੋਰ ਫਰੰਟ ਬਣਾਉਣ ਦੀ ਕੋਸ਼ਿਸ਼ ਕਰੀਏ ਇਹ ਜਾਂ ਉਹਨੂੰ ਰਲਗੱਡ ਕਰ ਲਿਆ ਜੈ ਭੀਮ ਲਾਲ ਸਲਾਮ ਨਾ ਉਹ ਠੀਕ ਨਹੀਂ ਹੈਗੇ। ਨੋ ਅੱਛਾ ਤੇ ਇੱਕ ਮਤਲਬ ਕਾਮਰੇਡ ਮਤਲਬ ਨਾਨਕ ਦੀ ਤੁਸੀਂ ਗੱਲ ਕੀਤੀ ਕਿਉਂਕਿ ਮਤਲਬ ਸਾਨੂੰ ਲੱਗਦਾ ਕਿ ਕਾਮਰੇਡਾਂ ਦੇ ਉੱਪਰ ਕਿਤੇ ਨਾ ਕਿਤੇ ਧਰਮ ਨੇ ਬਹੁਤ ਵੱਡਾ ਅਸਰ ਪਾਇਆ ਕਿਉਂਕਿ ਪੰਜਾਬ ਵਿੱਚ 10 ਗੁਰੂ ਰਹੇ ਧਰਮ ਦਾ ਬਹੁਤ ਵੱਡਾ ਅਸਰ ਜਿਹੜਾ ਹੈਗਾ ਸਾਡੇ ਲੋਕਾਂ ਦੇ ਉੱਪਰ ਜੀਵਨ ਜਾਂਚ ਦੇ ਉੱਪਰ ਹੈਗਾ ਗਾ ਤੇ ਕਾਮਰੇਡਾਂ ਦੇ ਉੱਪਰ ਇਹ ਲੱਗਦਾ ਰਿਹਾ ਵੀ ਇਹ ਤਾਂ ਨਾਸਤਿਕ ਨੇ ਜੀ
ਤੇ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਇਸ ਗੱਲ ਨੇ ਲੋਕਾਂ ਨੂੰ ਸਾਡੇ ਨਾਲੋਂ ਜਾਂ ਕਾਮਰੇਡਾਂ ਨਾਲੋਂ ਦੂਰ ਕੀਤਾ? ਨਹੀਂ ਇਹ ਨਹੀਂ, ਇਹ ਤਾਂ ਨਾ ਇਵੇਂ ਮਤਲਬ ਜੇ ਗੱਲ ਕਰੀਏ ਅਸੀਂ ਆਪਾਂ ਸ਼ੀਸ਼ੇ ਨੂੰ ਕੰਮ ਕਰਦੇ ਹਾਂ ਵੀ ਲੋਕਾਂ ਤੋਂ ਅਸੀਂ ਇਸ ਕਰਕੇ ਨਹੀਂ ਖਰੀਦੀਏ ਵੀ ਨਾਸਤਿਕਤਾ ਕਰਕੇ, ਇਹ ਨਹੀਂ। ਸਾਨੂੰ ਅਸਲ 'ਚ ਜਿਹੜੀ ਉਹ ਲੋਕਾਂ ਦੇ ਕੋਈ ਮਾਨਸਿਕ ਉਹ ਹੈਗੀ ਮਨੋਵਿਗਿਆਨ ਉਹ ਨਹੀਂ ਸਮਝਿਆ ਵੀ ਲੋੜਾਂ ਕੀ ਹੈ ਇਹਨਾਂ ਦੀਆਂ, ਕੀ ਅਸੀਂ ਮੰਗਾਂ ਉਠਾਈਏ, ਕੀ ਮੰਗਾਂ ਤੇ ਲਾਮਬੰਦੀ ਕਰੀਏ। ਅਸਲ ਤਾਂ ਰੌਲਾ ਉੱਥੇ ਹੈ। ਧਰਮ ਤਾਂ ਸਾਰੇ ਹੀ ਹੁੰਦੇ ਆ, ਜਾਣੀ ਅਸੀਂ ਲੋਕਾਂ ਦੀ ਮੁੱਢਲੀ ਲੋੜ ਨੂੰ ਸਮਝ ਨਹੀਂ ਸਕੇ। ਸਮਝ ਹੀ ਨਹੀਂ ਸਕੇ ਤੇ ਜਿੱਥੇ ਜਿੰਨਾ ਜਿਹਨੇ ਸਮਝਿਆ ਉੱਥੇ ਉਨੀ ਗੁਲਾਮੀ ਹੈ। ਤੁਹਾਨੂੰ ਲੱਗਦਾ ਵੀ ਮਤਲਬ ਨਾਨਕ ਦੀ ਫਿਲਾਸਫੀ ਨੂੰ ਤੇ ਮਾਰਕਸ ਦੀ ਫਿਲਾਸਫੀ ਨੂੰ ਨਾਲ ਲੈ ਕੇ ਮਤਲਬ ਕਾਮਰੇਡ ਕੰਮ ਕਰਨ ਦਾ ਇਹਦਾ ਨਤੀਜਾ ਵਧੀਆ ਨਿਕਲ ਸਕਦਾ? ਇਹ ਫਿਲਾਸਫੀ ਮੇਰੀ ਨਹੀਂ ਖਾਤੀ। ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਅੱਡਾ ਬਹੁਤ ਕੀ ਖਾਸ ਬਕਰੇਵਾਂ ਕੀ ਸਮਝਦੇ ਹੋ? ਪਹਿਲੀ ਗੱਲ ਤਾਂ ਇਹਨਾਂ ਦੀ ਉਹਨਾਂ ਦੀ ਵਿਚਾਰਧਾਰਾ ਫਿਲਾਸਫੀ ਆ, ਹਾਂ ਵਿਚਾਰਵਾਦੀ। ਗੁਰੂ ਨਾਨਕ ਦੇਵ ਜੀ ਕਿਸੇ ਨੇ ਨਹੀਂ ਇਹਨਾਂ ਦੀ ਤੇ ਇਹਦੀ ਪਦਾਰਥਵਾਦੀ ਮਾਰਕਸ ਨਹੀਂ ਜਿਵੇਂ ਨਾਨਕ ਨੇ ਵੀ ਮਤਲਬ ਜਿਹੜਾ ਹੈਗਾ ਸੱਤਾ ਨੂੰ ਵੀ ਚੈਲੰਜ ਕੀਤਾ, ਦੇਖੋ ਤੁਹਾਡੇ ਸਾਹਮਣੇ। ਇਹ ਉਹੀ ਮੈਂ ਦੱਸਦਾ ਵੀ ਉਹ ਟੈਕਟੀਕਲ ਗੱਲ ਹੈ। ਉਹ ਕੀ ਹੈ ਫਿਲਾਸਫੀ ਤੁਹਾਡੀ, ਇਹ ਬੰਦਿਆਂ ਨੂੰ ਬਹੁਤ ਭੁਲੇਖਾ ਵੀ ਵਿਚਾਰਵਾਦੀ ਫਲਸਫਾ ਹੁੰਦੇ ਹੋਏ ਵੀ ਕੋਈ ਇਹੋ ਜਿਹਾ ਆਗੂ ਜਾਂ ਗੁਰੂ ਜਾਂ ਕੋਈ ਵੀ ਚਲੋ ਉਹ ਤੁਹਾਡਾ ਪਦਾਰਥਵਾਦੀ ਨਾਅਰਾ ਲਾ ਸਕਦਾ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਲਾਇਆ, ਕੋਈ ਕਹੂ ਕੋ ਰਾਜ ਨਾ ਦੇਹਾ ਜੋ ਲਿਆ ਨਹੀਂ ਬਰਸੇ। ਤੇ ਕਾਮਰੇਡ ਮਾਓ ਨੇ ਲਾਇਆ ਵੀ ਪੋਲੀਟੀਕਲ ਪਾਵਰ ਗੁਰੂ ਜਾਓ ਤੋਂ ਅੱਗੇ ਬੈਠ ਜਾਂਦੀ ਹੈ। ਹੁਣ ਇਹ ਭੋਰੇ ਹੀ ਫਰਕ ਦਿਖਾ ਦੇ। ਮਾਓ ਨੇ ਕੀ ਨਾਮ ਲਾਇਆ? ਪੋਲੀਟੀਕਲ ਪਾਵਰ ਗਰੋਜ਼ ਆਊਟ ਆਫ ਦੀ ਬੈਲੈਂਸ ਵੀ ਸਿਆਸੀ ਸੱਤਾ ਬੁਨਿਆਦੀ ਨਾਲ ਕੋਈ। ਤੇ ਉਹ ਕਹਿੰਦਾ ਰਾਜ ਵਗੈਰ ਬਲ ਵਗੈਰ ਕੋਈ ਰਾਜ ਨਹੀਂ ਦਿੰਦਾ। ਇਹਨੇ ਦਿਖਾਓ ਫਰਕ। ਇਹਨੂੰ ਅਸੀਂ ਲਿਵਿੰਗ ਮਟੀਰੀਅਲ ਇਹਨੂੰ ਕਹਿੰਦੇ ਹਾਂ ਜੇ ਸਹੀ ਸ਼ਬਦ ਕਿਹੜਾ ਹੋਵੇ। ਜੀਵੰਤ ਪਦਾਰਥ। ਜੀਵੰਤ ਪਦਾਰਥ ਉਹ ਜਿਹੜਾ ਕਿ ਅੱਜ ਲਾਗੂ ਹੋ ਸਕਦਾ। ਹੁਣ ਜੇ ਵਿਚਾਰਵਾਦੀ ਫਲਸਫਾ ਦੀ ਕਹਾਂਗੇ ਅੱਜ ਲਾਗੂ ਹੋ, ਅੱਜ ਵੀ ਉਹ ਤਾਂ ਕਦੇ ਵੀ ਲਾਗੂ ਨਹੀਂ ਹੋਣਾ। ਫਲਸਫਾ ਦਾ ਪਦਾਰਥਵਾਦੀ ਲਾਗੂ ਹੋ, ਇਹਨੂੰ ਰਲ ਕੱਢ ਕਰਕੇ ਅਸੀਂ ਚਲਾ ਲਈਏ। ਜਾਂ ਮੈਂ ਇਹਦੇ ਨਾਲ ਹੀ ਤੁਹਾਨੂੰ ਇਹ ਵੀ ਲੱਗਦਾ ਵੀ ਜਿਹੜਾ ਗੁਰੂ ਨਾਨਕ ਨੇ ਕਿਹਾ ਵੀ ਮਤਲਬ ਪਾਪਾਂ ਆਵਾਜ਼ ਨਾਲ ਇਕੱਠੀ ਹੋਏ ਮੋਇਆ ਸੰਗ ਨਾ ਜਾਏ। ਨਹੀਂ ਉਹਦੇ ਵਰਤੋਂ ਟੋਕਨ ਵਰਤੋਂ ਤੁਸੀਂ, ਕੋਈ ਇਹੋ ਜਿਹੀ ਗੱਲ ਨਹੀਂ। ਜਿਹੜੇ ਜਿੱਥੇ ਕੋਈ ਚੰਗੀ ਗੱਲ ਕਹੀ ਹੈ ਗੁਰੂ ਨਾਨਕ ਦੇਵ ਜੀ ਨੇ ਉਹਨੂੰ ਦੇਖੋ। ਗੁਰੂ ਨਾਨਕ ਦੇਵ ਦਾ ਸਮਾਂ ਤੇ ਅੱਜ ਦੇ ਸਮੇਂ 'ਚ ਫਰਕ ਹੈ। ਸਾਨੂੰ ਹਰੇਕ ਗੱਲ ਇਤਿਹਾਸਕ ਪ੍ਰਸੰਗਤੀ ਕਰਕੇ ਦੇਖਣੀ ਚਾਹੀਦੀ। ਹਿਸਟਰੀ ਨੂੰ ਪੁੱਛ ਕੇ ਕਦੇ ਕੋਈ ਗੱਲ ਸਹੀ ਨਹੀਂ ਹੋਈ। ਕੋਈ ਵਰਤਾਰਾ ਹੋਵੇ, ਕੋਈ ਫਿਲਾਸਫੀ ਹੋਵੇ, ਕੋਈ ਖਾਸ ਹੋਵੇ। ਜੇ ਹੁਣ ਉਦੋਂ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਸਮੇਂ ਸੀ ਉਹ ਹੋਰ ਸੀ, ਅੱਜ ਸਮੇਂ ਹੋਰ। ਅੱਜ ਅਸੀਂ ਹੁਣ ਮਾਰਕਸ ਤੋਂ ਪਿੱਛੇ ਨੂੰ ਥੋੜ੍ਹਾ ਹਟ ਜਾਂਦੇ। ਮਾਰਕਸ ਤੋਂ ਗਾਂਧੀ ਦਾ ਕੋਈ ਸੋਚ ਲਓ ਵੀ ਗਾਂ ਕੋਈ ਵਾਧਾ ਇਹ ਕੋਈ ਕਰ ਸਕਦਾ ਹੋਵੇ। ਕਾਰਨ ਇੱਕ ਇਹ ਵੀ ਹੈ ਮਤਲਬ ਕਿ ਅਜੋਕੇ ਸਮੇਂ ਦੇ ਮਤਲਬ ਆਪਾਂ ਜੇ ਦੇਖੀਏ ਮਤਲਬ ਕਿ ਕਾਮਰੇਡਾਂ ਦਾ ਜਿਹੜਾ ਭਵਿੱਖ ਹੈ ਜਾਂ ਜਿਹੜੀ ਕਾਮਰੇਡ ਮੂਵਮੈਂਟ ਹੈਗੀ ਉਹ ਲਗਭਗ ਜਿਹੜਾ ਹੈਗਾ ਸਾਡੇ ਆਲੇ ਦੁਆਲੇ ਦੇ ਵਿੱਚ ਨਾ ਮਾਤਰ ਹੀ ਰਹੇਗੀ। ਠੀਕ ਹੈ ਨਾ। ਤੋ ਜੇ ਇਹ ਹਾਲ ਕਾਮਰੇਡਾਂ ਦਾ ਹੋ ਗਿਆ ਤਾਂ ਕਾਮਰੇਡਾਂ ਨੂੰ ਫਿਰ ਕਿਤੇ ਨਾ ਕਿਤੇ ਦੁਬਾਰੇ ਰੀਬਿਲਡ ਹੋਣ ਦੇ ਲਈ ਮਤਲਬ ਕੁਝ ਇਹਨਾਂ ਚੀਜ਼ਾਂ ਦਾ ਜੇ ਹੁਣ ਚਾਹੇ ਅੰਬੇਦਕਰ ਹੈ ਜਿਹੇ ਨਾਨਕ ਦੀ ਗੱਲ ਨੂੰ ਲੈ ਕੇ ਉਹ ਰੀਬਿਲਡ ਹੁੰਦੇ ਨੇ ਤਾਂ ਇਹਦੇ 'ਚ ਆਪਾਂ ਨੂੰ ਦਿੱਕਤ ਵੀ ਕੀ ਹੈ? ਨਹੀਂ ਐਂ ਨਹੀਂ ਦਿੱਕਤ, ਪਰ ਇਹ ਸਮਝ ਲੈਣਾ ਵੀ ਇਹਨਾਂ ਦੀ ਫਿਲਾਸਫੀ 'ਤੇ ਅਸੀਂ ਖੜ੍ਹ ਕੇ ਗੱਲ ਪ੍ਰਾਪਤੀ ਕਰ ਲਾਂਗੇ। ਦਿੱਕਤ ਇਹ ਹੈ, ਇਹ ਭੁਲੇਖਾ ਨਹੀਂ ਸਾਨੂੰ ਚਾਹੀਦਾ। ਕਿਉਂਕਿ ਕਿਸੇ ਸਮੇਂ ਦੇਖੋ PSU ਹੁੰਦਾ ਸੀ, PSU ਦੀ ਚੁੱਤੀ ਬੋਲਦੀ ਸੀ। ਅੱਜ ਜਾਨੀ ਵਿਦਿਆਰਥੀਆਂ ਦੇ ਵਿੱਚ ਜਿਹੜਾ ਕਰਨਾ PSU ਕੁਛ ਵਿਦਿਆਰਥੀਆਂ ਦਾ ਕੋਈ ਹੈ ਨਹੀਂ ਗਾ। ਅੱਛਾ ਖੇਤ ਮਜ਼ਦੂਰ ਹੁੰਦੇ ਸੀਗੇ, ਹੁਣ ਖੇਤ ਮਜ਼ਦੂਰ ਜਾਂ ਖੇਤ ਮਜ਼ਦੂਰ ਯੂਨੀਅਨ ਦਾ ਵੀ ਸਵਾਲ ਹੁੰਦੇ ਹੈਗਾ। ਨਹੀਂ ਰੌਲਾ ਤਾਂ ਇਹੀ ਹੈ ਨਾ, ਸਾਨੂੰ ਸਾਡੇ ਦੇਸ਼ ਦੀਆਂ ਹਾਲਤਾਂ ਦੀ ਸਮਝ ਹੀ ਨਹੀਂ ਆਉਂਦੀ। ਅੱਛਾ ਕਾਮਰੇਡਾਂ ਦੇ ਹੁਣ ਵੀ ਬਹੁਤ ਸਾਰੇ ਧੜੇ ਨੇ, ਹੁਣ ਵੀ ਬਹੁਤ ਸਾਰੀਆਂ ਪਾਰਟੀਆਂ ਨੇ। ਕੀ ਕਹਿਣਾ ਚਾਹੋਗੇ ਕਾਮਰੇਡਾਂ ਨੂੰ ਮਤਲਬ ਕਿ ਕਿਵੇਂ ਉਹ ਜਿਹੜਾ ਸਾਹਮਣੇ ਆਉਣ ਲੋਕਾਂ ਦੇ ਚਿਹਰੇ 'ਤੇ ਕਿਵੇਂ ਵੜਨ? ਅਸੀਂ ਤਾਂ ਇੱਕੋ ਗੱਲ ਕਹਿ ਰਹੇ ਹਾਂ ਵੀ ਜੇ ਹੋਰ ਕੁਝ ਵੀ ਨਹੀਂ ਹੁੰਦਾ ਵੀ ਘੱਟੋ ਘੱਟ ਇਹ ਆਪਦੇ ਮਤਭੇਦਾਂ ਨੂੰ ਰੱਖਦਿਆਂ ਹੋਇਆ ਇਕੱਠੇ ਰੱਖਦਿਆਂ ਹੋਇਆ ਮਿਨੀਮਮ ਪ੍ਰੋਗਰਾਮ ਬਣਾ ਲੈਣਾ। ਮਿਨੀਮਮ ਪ੍ਰੋਗਰਾਮ ਇਹਨਾਂ ਨੂੰ ਬਣਾ ਲੈਣਾ ਚਾਹੀਦਾ
ਕੋਵਿਡ ਮਿਨੀਮਮ ਪ੍ਰੋਗਰਾਮ ਕਰੋ, ਸਾਂਝਾ ਪ੍ਰੋਗਰਾਮ ਕੁਝ ਵੀ ਕਰੋ, ਨਾ ਕੋਈ ਦੇ ਦੇਣ। ਬਾਕੀ ਸਾਨੂੰ ਕਿਸੇ 'ਚ ਕੋਈ ਮੈਨੂੰ ਘੱਟੋ ਘੱਟ ਕਿਸੇ 'ਤੇ ਕੋਈ ਆਇਆ ਨਹੀਂ ਵੀ ਉਹ ਬੰਦਾ ਗੈਰ ਇਮਾਨਦਾਰ ਹੈ ਕੋਈ ਵੀ ਗਰੁੱਪ ਦਾ। ਮੈਂ ਕਹਿੰਦਾ ਵੀ ਉਹ ਹੈ ਇਮਾਨਦਾਰ ਸਾਰੇ, ਪਰ ਨਹੀਂ ਸਵੀਕਾਰ ਰਹੇ ਉਹਨੂੰ, ਆਪਦਾ ਜ਼ੋਰ ਵੀ ਲਾ ਰਹੇ ਹੈ, ਇਮਾਨਦਾਰੀ ਤੋਂ ਲਾ ਰਹੇ ਹੈ। ਪਰ ਜਿੰਨੀਆਂ ਵੱਡੀਆਂ ਸਮੱਸਿਆਵਾਂ ਉਹਨਾਂ ਵੱਡਾ ਉਹਨਾਂ ਦਾ ਕੱਦ ਹੈ, ਇੰਟਲੈਕਚੁਅਲ ਕੱਦ ਨਹੀਂ। ਹੁਣ ਕਾਂਗਰਸ ਲੈਣੇ ਨਾਲ ਕਿਤੇ ਇੱਕ ਖਬਰ ਤੋਂ ਅਖਬਾਰ ਕਿਤਾਬ ਲਿਖ ਦਿੰਦੇ ਹੁੰਦੇ, ਜਦੋਂ ਸਰਮਾਏਦਾਰੀ ਵਾਲੀ ਕਿਤਾਬ ਲਿਖੀ ਹੈ ਕਿੱਡਾ ਕੀ ਉਦੋਂ ਰੂਸ 'ਚ ਸਰਮਾਏਦਾਰੀ ਹੈ, ਉਹਨਾਂ ਨੇ ਪਹਿਲਾਂ ਦੱਸਤਾ ਜੇ ਉਹ ਨਾ ਲਿਖਦੇ ਤਾਂ ਉਹ ਰਾਹ ਹੀ ਨਹੀਂ ਕਰਦੇ। ਅਤੇ ਸਾਡੇ ਕਿਤਾਬ ਲਿਖਣ ਤੱਕ ਹੀ ਕਿਤਾਬ ਪੜ੍ਹਨ ਦਾ ਰਿਵਾਜ਼ ਨਹੀਂ, ਲਿਖਣ ਵਾਲੀ ਗੱਲ ਤਾਂ ਗਾਣਾ ਸਾਡੇ। ਤੇ ਹੁਣ ਵੀ ਜਾਣੀ ਤੁਸੀਂ ਇਹ ਮੰਨਦੇ ਹੋ ਵੀ ਮਤਲਬ ਜਿਹੜਾ ਕਾਮਰੇਡਾਂ ਦੇ ਵਿੱਚ ਕਿਤੇ ਨਾ ਕਿਤੇ ਪੜ੍ਹਾਈ ਨੂੰ ਲੈ ਕੇ ਜਿਹੜਾ ਟੁੱਟ ਗਿਆ ਤੇ ਮੂਵਮੈਂਟ ਆ ਜਿਹੜੀ ਉਹ ਨੁਕਸਾਨ ਹੈ ਟੁੱਟਿਆ ਹੋਇਆ ਪੂਰਾ ਹੀ ਟੁੱਟਿਆ ਹੋਇਆ। ਇਹੀ ਦਿਖਾਤਾ ਵੀ ਨਾ ਤਾਂ ਪੜ੍ਹਦੇ ਆ, ਨਾ ਜਦੋਂ ਪੜ੍ਹਦੇ ਨਹੀਂ ਫਿਰ ਜਿਹੜਾ ਗਿਆਨ ਆ ਉਹ ਤਾਂ ਆਖਰ ਪੜ੍ਹੇ ਤੋਂ ਬਗੈਰ ਤਾਂ ਹੁੰਦਾ ਨਹੀਂ। ਪ੍ਰੈਕਟਿਸ ਤੋਂ ਤਾਂ ਉਹਨਾਂ ਕੀ ਨਾ ਜਿੰਨਾ ਤੁਸੀਂ ਜਿਹੜੇ ਦਿਨ 'ਤੇ ਕੰਮ ਕਰੋਗੇ। ਅੱਛਾ, ਤੁਸੀਂ ਇਹ ਵੀ ਦੇਖੋ ਨਾ ਮਤਲਬ ਵੀ ਅੱਜ ਜਿਹੜਾ ਕਿਸਾਨ ਯੂਨੀਅਨ ਮਜ਼ਬੂਤ ਨਹੀਂ ਹੈ, ਵੱਡਾ ਹਿੱਸਾ ਹੈਗਾ ਨਾ। ਤੋ ਲਗਭਗ ਜਿਹੜੀਆਂ ਰੈਡੀਕਲ ਕਿਸਮ ਦੀ ਕਿਸਾਨ ਯੂਨੀਅਨ ਉਹਨਾਂ ਦੇ ਪਿੱਛੇ ਲੈਫਟਿਸਟ ਹੀ ਕੰਮ ਕਰਦੇ ਨੇ, ਖੱਬੇ ਮੁੱਖੀ ਕੰਮ ਕਰਦੇ ਨੇ। ਲੇਕਿਨ ਰਾਦਰ ਦੈਨ ਮਜ਼ਦੂਰ ਯੂਨੀਅਨ ਆ ਉਹ ਬਿਲਕੁਲ ਹੀ ਜਿਹੜਾ ਹੈਗਾ ਮਤਲਬ ਖਾਤਮੀ ਕਗਾਰ 'ਤੇ ਗਈ ਆ। ਜਦੋਂ ਕਿ ਮਾਰਕਸ ਜਾਂ ਲੈਨਿਨ ਕਹਿੰਦੇ ਨੇ ਮਤਲਬ ਕਿ ਮਜ਼ਦੂਰ ਇਨਕਲਾਬੀ ਅਗਵਾਈ ਕਰਨਗੇ, ਮਜ਼ਦੂਰ ਜਿਹੜਾ ਹੈਗਾ ਉਹਦਾ ਮਤਲਬ ਕੀ ਹੋਊਗਾ, ਪਰ ਮਜ਼ਦੂਰ ਯੂਨੀਅਨਾਂ ਦਾ ਬੁਰਾ ਹਾਲ ਹੈ। ਨਹੀਂ, ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਜੋ ਸਾਡਾ ਆਪਦਾ ਤਜਰਬਾ ਵੀ ਹੈ ਜਾਂ ਜੋ ਜਿੰਨਾ ਪੜ੍ਹਿਆ ਜਾਂ ਯਾਦ ਆ, ਜਿਹੜੇ ਟ੍ਰੇਡ ਯੂਨੀਅਨ ਇਹ ਕਦੇ ਰੈਵੋਲੂਸ਼ਨ ਨਹੀਂ ਲਿਆ। ਰੈਵੋਲੂਸ਼ਨ ਨਹੀਂ ਹੈ ਸਰ। ਇਹ ਤਾਂ ਇੱਕ ਵਾਰੀ ਮੇਰੇ ਐਗਜ਼ੈਕਟ ਇਹ ਨਹੀਂ ਯਾਦ ਵੀ ਕਿਸ ਕਿਤਾਬ 'ਚ ਕਾਮਰੇਡ ਲੈਨਿਨ ਨੇ ਲਿਖਿਆ ਸੀ। ਉਦੋਂ ਸ਼ਾਲਾ ਸ਼ਬਦ ਵਰਤ ਲੈਂਦੇ ਸੀ, ਜਿਵੇਂ ਖੁਦਾ ਨੂੰ ਕਹਿੰਦੇ ਅੱਗੇ ਸ਼ਾਲਾ ਕਿਤੇ ਬ੍ਰਿਟੇਨ ਦੀ ਯੂਨੀਅਨਵਾਦ ਰੂਸ 'ਚ ਨਾ ਉਹਨੇ ਰੱਬ ਨੂੰ ਦੁਆ ਕੀਤੀ ਅਤੇ ਸਾਡਾ ਸਾਰੇ ਜ਼ੋਰ ਟ੍ਰੇਡ ਯੂਨੀਅਨ ਨੇ ਕੀਤੀ। ਪਾਰਟੀ 'ਤੇ ਆ ਕੇ ਇੱਕ ਵੀ ਮਤਲਬ ਵੀ ਜ਼ੋਰ ਲਾ ਰਿਹਾ ਹੋਵੇ ਕੋਈ ਜਾਂ ਸਾਰੇ ਗਰੁੱਪ ਮਿਲ ਕੇ ਜ਼ੋਰ ਲਾਉਂਦੇ। ਜਿਹੜੇ ਰਾਜਨੀਤਿਕ ਪਹੁੰਚ ਨੂੰ ਲੈ ਕੇ ਕੰਮ ਨਹੀਂ ਹੋ ਰਿਹਾ, ਆਰਥਿਕਤਾਵਾਦ ਨੂੰ ਲੈ ਕੇ ਆਰਥਿਕਤਾਵਾਦ ਨੂੰ ਲੈ ਕੇ ਹੋ ਰਿਹਾ। ਅਤੇ ਆਰਥਿਕਤਾਵਾਦ ਹੀ ਮੇਨ ਕਾਰਨ ਇਹਨਾਂ ਦੇ ਅੱਗੇ ਨਾ ਵਧਣ ਦਾ। ਉਹ ਤਾਂ ਗਰਕ ਹੋਊਗਾ ਹੀ ਹੋਊਗਾ। ਆਰਥਿਕਤਾਵਾਦ ਕਦੇ ਰੈਵੋਲੂਸ਼ਨ ਥੋੜ੍ਹਾ ਨਹੀਂ ਹੁੰਦਾ। ਹਾਂ, ਅੱਛਾ ਕਾਮੜੀ, ਲਾਸਟ 'ਚ ਤੁਹਾਨੂੰ ਪੁੱਛਣਾ ਚਾਹਾਂਗੇ ਕਿ ਮਤਲਬ ਤੁਸੀਂ ਦੇਖੋ ਪੂਰੀ ਜ਼ਿੰਦਗੀ ਲਗਭਗ ਜਿਹੜਾ ਹੈਗਾ ਤੁਸੀਂ ਮਾਰਕਸਿਜ਼ਮ ਦੇ ਨਾਲ ਕੱਢੀ ਹੈ ਜੀ, ਉਹਦਾ ਵਿਚਾਰਾਂ ਦੇ ਨਾਲ ਜਿਹੜਾ ਅਪਣਾਏ ਰਹਿਣ ਦੇ ਦੌਰ 'ਚ ਕੰਮ ਵੀ ਕੀਤਾ, ਮਾੜੇ ਦੌਰ 'ਚ ਵੀ ਕੰਮ ਕੀਤਾ, ਅਤੇ ਦੇਸ਼ ਦਾ ਭਵਿੱਖ ਕਿਸ 'ਚ ਦੇਖਦੇ ਹੋ? ਦੇਖੋ ਸਾਨੂੰ ਆਪਦੀ ਵਿਚਾਰਧਾਰਾ ਤਾਂ ਪੂਰਾ ਹੀ ਹਲੇ ਮਾਰਕਸਵਾਦ ਤੇ ਹਜੇ ਪੂਰਾ ਯਕੀਨ ਹੈ? ਪੂਰਾ ਬਿਲਕੁਲ 100%। ਇਹ ਨਹੀਂ ਵੀ ਅਸੀਂ ਇਸ ਗੱਲ ਤੋਂ ਦੌੜ ਗਏ ਵੀ ਇਹ ਤਬਦੀਲੀ ਨਹੀਂ ਆਊ, ਇਹ ਬਿਲਕੁਲ ਨਹੀਂ। ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਘਟਨਾ ਸੁਣਾਉਂਦਾ। ਮੈਂ ਅਤੇ ਮੇਰਾ ਦੋਸਤ ਚੰਡੀਗੜ੍ਹ ਹੋ ਗਿਆ, ਆਹ ਜਿਹੜੇ ਪੁਲ ਜੇ ਬਣਦੇ ਆ ਵੱਡੇ ਵੱਡੇ, ਆਹ ਓਵਰ ਬ੍ਰਿਜ ਬਣਦੇ ਆ, ਸੜਕਾਂ ਬਣਦੀਆਂ, ਮੈਨੂੰ ਉਹ ਦਿਖਾ ਕੇ ਕਹਿੰਦਾ ਲੈ ਕਹਿੰਦਾ ਹੁਣ ਵੀ ਇਨਕਲਾਬ ਆ ਬਸ। ਯਾਨੀ ਉਹ ਤਾਂ ਨਹੀਂ ਸਾਡਾ ਔਖੜ, ਜੇ ਉਹਦੇ ਔਖੜ ਦਾ ਸਾਡੇ ਕੋਲ ਤਾਂ ਮੈਂ ਕਹਿੰਦਾ ਹੈ ਨਹੀਂ। ਤੁਸੀਂ ਫਿਰ ਸਾਡੇ ਸਰੀਰ 'ਚ ਵੀ ਕੁਛ ਅਜੇ ਤਾਂ ਤੁਰੇ ਹੀ ਉਹਦੇ ਵਾਸਤੇ। ਸੁਕਾਮ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਨੇ ਸਾਡੇ ਲਈ 10 ਮਿੰਟ ਜਿਹੜਾ ਥੋੜ੍ਹਾ ਸਮਾਂ ਉਹ ਆਪਣਾ ਕੱਢਿਆ। ਸੋ ਸਾਥੀਓ, ਇਹ ਸਨ ਸਾਡੇ ਨਾਲ ਹੇਮਰਾਜ ਸਟੈਨੋ ਜੀ, ਜਿਨ੍ਹਾਂ ਨੇ ਲੰਬਾ ਸਮਾਂ ਸਾਰੀ ਜ਼ਿੰਦਗੀ ਮਾਰਕਸਿਜ਼ਮ ਨੂੰ ਦੇ ਲੇਖੇ ਲਾਈ ਹੈ, ਮਾੜੇ ਦੌਰ 'ਚ ਵੀ ਚੰਗੇ ਦੌਰ ਦੇ ਵਿੱਚ ਵੀ। ਔਰ ਇਹ ਸਮੇਂ ਵੀ ਜਦੋਂ ਖੱਬੀ ਲਹਿਰ ਦਾ ਹਾਲ ਜਿਹੜਾ ਅਸੀਂ ਦੇਖ ਸਕਦੇ ਹਾਂ ਕਿ ਮਤਲਬ ਤਰਸਯੋਗ ਹਾਲ ਤੱਕ ਲੰਘ ਰਹੀ ਆ, ਉਸ ਸਮੇਂ ਵੀ ਪੂਰੀ ਅਡੋਲਤਾ ਦੇ ਨਾਲ ਹੀ ਕਹਿ ਰਹੇ ਨੇ ਕਿ ਦੇਸ਼ ਦਾ ਭਵਿੱਖ ਜੇ ਕੋਈ ਹੈ ਤਾਂ ਮਾਰਕਸਵਾਦ ਹੈ, ਮਾਰਕਸਵਾਦ ਦਾ ਹੋਰ ਕੋਈ ਤੋੜ ਨਹੀਂ ਹੈ। ਤਾਂ ਇਸ ਉਮੀਦ ਦੇ ਨਾਲ ਕਿ ਇਹਨਾਂ ਦੀ ਇਸ ਉਮੀਦ ਸੁਪਨੇ ਨੂੰ ਇੱਕ ਦਿਨ ਜ਼ਰੂਰ ਪੂਰਾ ਹੋਊਗਾ ਕਿ ਸਾਡੇ ਦੇਸ਼ ਦੇ ਨੌਜਵਾਨ ਇੱਕ ਦਿਨ ਜ਼ਰੂਰ ਮਾਰਕਸਵਾਦੀ ਵਿਚਾਰਾਂ ਦੇ ਨਾਲ ਜੁੜ ਕੇ ਇਨਕਲਾਬ ਦੀ ਲੜਾਈ ਵੱਲ ਅੱਗੇ ਵਧਣਗੇ। ਤੁਹਾਡਾ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ।